ਆਯੁਰਵੇਦ ਹੀ ਇੱਕ ਐਸਾ ਸਟੈਬਲਿਸ਼ ਸਿਸਟਮ ਆਫ ਮੈਡੀਸਨ ਹੈ ਜਿਹੜਾ ਪੂਰੇ ਵਰਲਡ ਦੇ ਵਿੱਚ ਇੱਕ ਕੰਟਰੀ ਦਾ ਆਪਣਾ ਸਿਸਟਮ ਆਫ ਮੈਡੀਸਨ ਹੈ, ਜਿਹੜੀ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਲਿਤ ਹੈ ਵਰਲਡ ਵਾਈਡ, ਜਿਹਨੂੰ ਆਪਾਂ ਐਲੋਪੈਥਿਕ ਕਹਿੰਦੇ ਆ। ਉਹਦਾ ਇੱਕ ਮੇਨ ਹੈ ਕਿ ਉਹ ਵੈਸਟਰਨ ਸਾਈਡ ਤੋਂ ਜ਼ਿਆਦਾ ਉੱਭਰੀ ਹੈ। ਆਯੁਰਵੇਦ ਇਸ ਧਰਤੀ ਦੇ ਉੱਤੇ ਸਭ ਤੋਂ ਪੁਰਾਣਾ ਇੱਕ ਐਸਟੈਬਲਿਸ਼ਡ ਸਿਸਟਮ ਆਫ ਮੈਡੀਸਨ ਹੈ। ਉਹਦੇ ਹਿਸਾਬ ਨਾਲ ਆਪਣੀ ਧਰਤੀ ਉੱਤੇ ਹਰ 5 ਤੱਤਵ ਜਿਹਦੇ ਇਹਦੇ ਵਿੱਚ ਹੈਗੇ ਆ, ਹਰੇਕ ਦੇ ਉੱਤੇ ਕੋਈ ਨਾ ਕੋਈ ਡਿਫਰੈਂਸ ਆਏਗਾ। ਜੇ ਬੁਰਾ ਇਫੈਕਟ ਆਊਗਾ ਤਾਂ ਰੋਗ ਉਤਪੰਨ ਹੋਏਗਾ। ਜੇ ਰੋਗ ਉਤਪੰਨ ਹੋਏਗਾ ਤਾਂ ਉਹਦਾ ਕਿਹੜੀ ਦਵਾਈ ਦੇ ਨਾਲ ਜਾਂ ਖਾਣ ਪੀਣ ਦੇ ਚੇਂਜਸ ਨਾਲ ਤੁਸੀਂ ਠੀਕ ਹੋ ਸਕਦੇ ਹੋ। ਸੋ ਇਹ 2 ਪਾਰਟਸ ਦੇ ਵਿੱਚ ਆਯੁਰਵੇਦ ਵੰਡਿਆ ਹੋਇਆ ਹੈ। ਜੇ ਨਿੰਬੂ ਖਾਣਾ ਹੈ ਤਾਂ ਕਿਉਂ ਖਾਣਾ ਹੈ, ਜੇ ਅਦਰਕ ਖਾਣਾ ਹੈ ਤਾਂ ਕਿਉਂ ਖਾਣਾ ਹੈ, ਜੇ ਸੁੰਡ ਖਾਣੀ ਤਾਂ ਕਿਉਂ ਖਾਣੀ ਹੈ, ਕਦੋਂ ਖਾਣੀ ਚਾਹੀਦੀ ਹੈ, ਕਦੋਂ ਨਹੀਂ ਖਾਣੀ ਚਾਹੀਦੀ। ਹੁਣ ਜੇ ਤੁਸੀਂ ਉਸ ਟਾਈਮ ਇੱਦਾਂ ਦੀ ਚੀਜ਼ਾਂ ਖਾਓਗੇ ਤਾਂ ਨੈਚੁਰਲੀ ਤੁਹਾਨੂੰ ਤੁਹਾਡੇ ਸਰੀਰ ਉੱਤੇ ਉਹਦਾ ਬੁਰਾ ਅਸਰ ਪਏਗਾ। ਥੋੜਾ ਕੋਈ ਨਾ ਕੋਈ ਪੰਜ ਮਹਾਭੂਤ ਜਿਹੜੇ ਹੈਗੇ ਪ੍ਰਿਥਵੀ ਦੇ ਅਗਨੀ ਵਾਯੂ ਆਕਾਸ਼, ਉਹ ਥੋੜੇ ਇੰਬੈਲੈਂਸ ਹੋਣਗੇ। ਜਦੋਂ ਉਹ ਇੰਬੈਲੈਂਸ ਹੋਣਗੇ ਉਹ ਤੁਹਾਡੀ ਬਿਮਾਰੀ ਰੋਗ ਦਾ ਕਾਰਨ ਬਣਨਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੀ ਸੋਸ਼ਲ ਤੇ ਮੈਂ ਤੁਹਾਡੇ ਨਾਲ ਰਣਦੀਪ ਬੰਦੇਰ। ਅਜੋਕੇ ਸਮੇਂ ਦੇ ਵਿੱਚ ਹਰ ਬੰਦਾ ਚਿੰਤਤ ਹੈ ਆਪਣੀ ਸਿਹਤ ਨੂੰ ਲੈ ਕੇ। ਸਾਨੂੰ ਕਰੋਨਾ ਕਾਲ ਤੋਂ ਬਾਅਦ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਸੱਚੀ ਜੇ ਕੋਈ ਨਿਆਮਤ ਹੈ ਤਾਂ ਉਹ ਸਿਹਤ ਹੀ ਹੈ। ਜੇ ਸਿਹਤ ਹੈ ਤਾਂ ਸਭ ਕੁਝ ਹੈ। ਹਰ ਥਾਂ 'ਤੇ ਪੈਸਾ ਕੰਮ ਨਹੀਂ ਆਉਂਦਾ, ਹਰ ਥਾਂ 'ਤੇ ਹਰ ਵੇਲੇ ਤੁਹਾਡੇ ਨਾਲ ਕੋਈ ਨਹੀਂ ਹੋ ਸਕਦਾ। ਸਿਰਫ ਤੁਹਾਡਾ ਆਪਣਾ ਸਰੀਰ ਹੈ ਜਿਹਨੇ ਆਖਿਰ ਤੱਕ ਤੁਹਾਡੇ ਨਾਲ ਨਿਭਣਾ ਹੈ। ਕਰੋਨਾ ਦੇ ਵਿੱਚ ਇੱਕ ਚੀਜ਼ ਜਿਹੜੀ ਸਭ ਤੋਂ ਚੰਗੀ ਹੋਈ ਹੈ ਉਹ ਇਹ ਕਿ ਅਸੀਂ ਆਪਣੀ ਸਿਹਤ ਦੇ ਪ੍ਰਤੀ ਥੋੜ੍ਹੇ ਜਿਹੇ ਸਤਰਕ ਹੋਏ ਹਾਂ। ਅਸੀਂ ਸਾਵਧਾਨੀ ਦੇ ਨਾਲ ਆਪਣੀ ਸਿਹਤ ਪ੍ਰਤੀ ਧਿਆਨ ਦੇਣਾ ਸ਼ੁਰੂ ਕੀਤਾ। ਪਰ ਜਦੋਂ ਹੀ ਸਿਹਤ ਦੀ ਗੱਲ ਆਉਂਦੀ ਹੈ, ਸਿੱਧੇ ਤੌਰ 'ਤੇ ਸੰਬੰਧ ਜੁੜਿਆ ਹੋਇਆ ਸਾਡੇ ਖਾਣ ਪੀਣ ਦੇ ਨਾਲ। ਅਤੇ ਜਦੋਂ ਵੀ ਕਿਸੇ ਦੀ ਸਿਹਤ ਥੋੜ੍ਹੀ ਜਿਹੀ ਨਾਸਾਜ਼ ਹੁੰਦੀ ਹੈ, ਥੋੜ੍ਹੀ ਜਿਹੀ ਦਿੱਕਤ ਸਾਨੂੰ ਆਪਣੀ ਤਬੀਅਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ, ਤਾਂ ਆਮ ਇੱਕ ਜਿਹੜੀ ਰਾਏ ਹੁੰਦੀ ਹੈ ਲੋਕਾਂ ਦੀ ਕਿ ਆਯੁਰਵੈਦਿਕ ਦਵਾਈਆਂ ਲਈਆਂ ਜਾਣ, ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਫਿਰ ਤੁਸੀਂ ਸੋਚਦੇ ਹੋ ਕਿ ਹੋਮਿਓਪੈਥੀ ਕੀ ਹੈ। ਵਧੇਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਆਯੁਰਵੈਦ ਅਤੇ ਹੋਮਿਓਪੈਥੀ ਦੇ ਵਿੱਚ ਫ਼ਰਕ ਕੀ ਹੈ। ਅਤੇ ਤੀਜਾ ਪੱਖ ਆਉਂਦਾ ਹੈ ਕਿ ਜੇ ਤੁਹਾਨੂੰ ਤੁਰੰਤ ਆਰਾਮ ਚਾਹੀਦਾ ਤਾਂ ਐਲੋਪੈਥੀ। ਇਸੇ ਸਬੰਧ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਡਾਕਟਰ ਮਨੂ ਵਤਸ ਹੋਰਾਂ ਦੇ ਕੋਲ। ਇਸ ਵਿਸ਼ੇ 'ਤੇ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਆਖਿਰ ਆਯੁਰਵੈਦਿਕ, ਹੋਮਿਓਪੈਥੀ ਅਤੇ ਐਲੋਪੈਥੀ ਕੀ ਹੈ, ਇਹਨਾਂ ਦਾ ਕੀ ਸੰਬੰਧ ਹੈ ਸਾਡੇ ਸਰੀਰ ਦੇ ਉੱਤੇ, ਇਹ ਦਵਾਈਆਂ ਕਿਸ ਤਰ੍ਹਾਂ ਅਸਰ ਕਰਦੀਆਂ ਨੇ। ਅਤੇ ਅਜੋਕੇ ਵੇਲੇ ਦੇ ਵਿੱਚ ਇੱਕ ਜਿਹੜੀ ਗੰਭੀਰ ਸਮੱਸਿਆ ਸਾਡੇ ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਕਾਰਨ ਆ ਰਹੀ ਹੈ। ਬੱਚਿਆਂ ਦੇ ਵਿੱਚ ਇਹ ਪਰੇਸ਼ਾਨੀ ਜ਼ਿਆਦਾ ਦੇਖਣ ਦੇ ਵਿੱਚ ਆਉਂਦੀ ਹੈ, ਆਟਿਜ਼ਮ। ਇਸ ਵਿਸ਼ੇ 'ਤੇ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ? ਬਹੁਤ ਵਧੀਆ, ਤੁਸੀਂ ਸੁਣਾਓ? ਬਿਲਕੁਲ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਗੱਲਬਾਤ ਕਰਨ ਲਈ। ਥੈਂਕ ਯੂ ਜੀ। ਮੈਨੂੰ ਵੀ ਬੜਾ ਅੱਛਾ ਲੱਗ ਰਿਹਾ ਕਿ ਤੁਸੀਂ ਮੇਰੇ ਕੋਲ ਆਏ ਅਤੇ ਮੈਨੂੰ ਮੌਕਾ ਮਿਲੇਗਾ ਕਿ ਮੈਨੂੰ ਆਪਣੀ ਪੈਥੀ ਬਾਰੇ ਕੁਛ ਇੱਕ ਸਮਾਜ ਨੂੰ ਇੱਕ ਰੋਸ਼ਨੀ ਪੂਰਵਕ ਉਹਨਾਂ ਨੂੰ ਉਸ ਦਾ ਗਿਆਨ ਮੈਂ ਦੇ ਪਾਵਾਂਗਾ ਜੀ। ਡਾਕਟਰ ਸਾਹਿਬ, ਜਦੋਂ ਵੀ ਦਵਾਈਆਂ ਦੀ ਗੱਲ ਚੱਲਦੀ ਹੈ ਤਾਂ ਸਾਨੂੰ ਆਮ ਜਿਹਨੂੰ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਕਿ ਅੰਗਰੇਜ਼ੀ ਦਵਾਈਆਂ ਲੈਂਦੇ ਹਾਂ ਤਾਂ ਤੁਰੰਤ ਅਸਰ ਕਰਦੀਆਂ ਨੇ, ਪਰ ਉਹਨਾਂ ਦਾ ਕੋਈ ਨਾ ਕੋਈ ਸਾਈਡ ਇਫੈਕਟ ਜ਼ਰੂਰ ਹੁੰਦਾ। ਹੋਮਿਓਪੈਥੀ ਅਤੇ ਆਯੁਰਵੈਦਿਕ ਜਿਹੜੀਆਂ ਦਵਾਈਆਂ ਨੇ ਇਹਨਾਂ ਦਾ ਅਸਰ ਹੌਲੀ ਹੌਲੀ ਹੁੰਦਾ, ਪਰ ਇਹਨਾਂ ਦਾ ਓਨਾ ਨੁਕਸਾਨ ਨਹੀਂ ਹੁੰਦਾ। ਹੋਮਿਓਪੈਥੀ ਅਤੇ ਆਯੁਰਵੈਦਿਕ ਦੇ ਵਿੱਚ ਕੀ ਫ਼ਰਕ ਹੈ? ਦੇਖੋ, ਇਹ ਜੇ ਆਪਾਂ ਤਿੰਨਾਂ ਨੂੰ ਇਕੱਠਿਆਂ ਲੈ ਕੇ ਚੱਲੀਏ, ਤਿੰਨੋਂ ਇੱਕ ਹਿਊਮਨ ਬੋਡੀ ਲਈ, ਇੱਕ ਆਮ ਇਨਸਾਨ ਲਈ ਉਹਨਾਂ ਦੇ ਰੋਗਾਂ ਨੂੰ ਦੂਰ ਕਰਨ ਦਾ ਇੱਕ ਮਾਧਿਅਮ ਹੈ ਜੀ। ਮਤਲਬ ਚਿਕਿਤਸਾ ਦੇ ਇੱਕ ਇਹ 3 ਪਿਲਰ ਨੇ ਤਿੰਨਾਂ ਦਾ, ਲੇਕਿਨ ਆਪਣਾ ਜਿਹੜਾ ਬੇਸ ਹੈ ਉਹ ਅਲੱਗ-ਅਲੱਗ ਹੈ ਤਾਂ ਅਸੀਂ ਇੱਕ ਇਨਸਾਨ ਦੀ ਹੀ ਜ਼ਿੰਦਗੀ ਬਾਰੇ ਗੱਲ ਕਰ ਰਹੇ ਹਾਂ ਤਿੰਨਾਂ ਦੇ ਨਾਲ। ਜੀ। ਹੁਣ ਜੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਲਿਤ ਹੈ ਵਰਲਡ ਵਾਈਡ, ਜਿਹਨੂੰ ਆਪਾਂ ਐਲੋਪੈਥਿਕ ਕਹਿੰਦੇ ਹਾਂ, ਉਹਦਾ ਇੱਕ ਮੇਨ ਹੈ ਕਿ ਉਹ ਵੈਸਟਰਨ ਸਾਈਡ ਤੋਂ ਜ਼ਿਆਦਾ ਉੱਭਰੀ ਹੈ। ਜੀ। ਵੈਸਟਰਨ ਸਿਸਟਮ ਆਫ ਮੈਡੀਸਨ ਵੀ ਉਸਨੂੰ ਕਿਹਾ ਜਾਂਦਾ।
ਅੰਗਰੇਜ਼ੀ ਦਵਾਈਆਂ ਅੰਗਰੇਜ਼ੀ ਪੰਜਾਬੀ 'ਚ। ਦਵਾਈਆਂ, ਠੀਕ ਹੈ। ਉਹਨਾਂ ਦਾ ਫਾਰਮਾਕੋਪੀਆ ਅਲੱਗ ਹੈ। ਉਹਨਾਂ ਦਾ ਜਿਹੜਾ ਮੇਨ ਐਕਸ਼ਨ ਹੈ ਮੈਡੀਸਿਨਸ ਦਾ, ਮੋਸਟਲੀ ਉਹਨਾਂ ਦਾ ਇੱਕ ਸਿੰਪਟਮ ਲਾਕਸ਼ਣਿਕ ਚਿਕਿਤਸਾ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਜਿਵੇਂ ਤੁਸੀਂ ਸਿਰ ਦਰਦ ਹੋਇਆ ਤਾਂ ਸਿਰ ਦਰਦ ਦਾ ਕੋਈ ਟੇਬਲੇਟ ਹੋਏਗੀ, ਪੇਨ ਕਿਲਰ ਜਿਸ ਉਸਨੇ ਕਹਿੰਦੇ ਆ, ਜਾਂ ਨਸੈਡਸ ਕਹਿੰਦੇ ਆ, ਨੌਨ ਸਟੀਰੋਇਡਸ ਐਂਟੀ ਇਨਫਲੇਮੇਟਰੀ ਡਰੱਗਸ। ਅਤੇ ਮੇਨਲੀ ਉਹਨਾਂ ਦਾ ਉਸ ਚੀਜ਼ ਦੇ ਵਿੱਚ ਯੂਜ਼ ਕਰਿਆ ਜਾਂਦਾ ਹੈ। ਲੇਕਿਨ ਉਹ ਚਿਕਿਤਸਾ ਸਾਇੰਟੀਫਿਕ ਬੇਸ ਅੱਜ ਦੀ ਡੇਟ ਦੇ ਹਿਸਾਬ ਨਾਲ ਹੈਗੀ ਹੈ, ਇਹਦੇ 'ਚ ਕੋਈ ਨਹੀਂ, ਰਿਸਰਚ ਪੇਪਰਸ ਪਬਲਿਸ਼ ਹੁੰਦੇ ਨੇ। ਅਤੇ ਲੇਕਿਨ ਉਹਨਾਂ ਦੀ ਜੇ ਅਸੀਂ ਇਸ ਸਿਸਟਮ ਜਾਂ ਇਸ ਪੈਥੀ ਦੀ ਜੇ ਅਸੀਂ ਏਜ ਦੇਖੀਏ ਤਾਂ ਉਹ ਏਜ ਕੋਈ ਇੰਨੀ ਜ਼ਿਆਦਾ ਲੰਬੀ ਨਹੀਂ ਹੈ ਜੀ। ਹੁਣ ਰਹਿ ਗਿਆ ਸੈਕਿੰਡ ਆ ਗਿਆ ਹੋਮੋਪੈਥਿਕ। ਹੋਮੋਪੈਥਿਕ ਇਜ਼ ਜਿਹੜੀ ਹੈਗੀ ਹੈ ਉਹ ਜਰਮਨੀ ਤੋਂ ਮੇਨ ਚੱਲੀ ਹੈ। ਉਹ ਯੂਰਪ ਦਾ ਇੱਕ ਪਾਰਟ ਹੈ ਜੀ। ਉੱਥੇ ਹੋਮੋਪੈਥੀ ਦਾ ਵਿੱਚ ਕੀ ਹੈ, ਜਿਵੇਂ ਹੋਮੋ ਦੇ ਨਾਮ ਤੋਂ ਹੀ ਆਪਾਂ ਕਹਿੰਦੇ ਸਿਮਲੀ। ਹਾਲਾਂਕਿ ਉਸ ਦੇ ਬਾਰੇ ਹਰੇਕ ਬੰਦੇ ਨੂੰ ਇੰਨਾ ਨਹੀਂ ਪਤਾ। ਜਦੋਂ ਅਸੀਂ ਸਟੱਡੀ ਕਰਦੇ ਹਾਂ ਸਾਨੂੰ ਐਲੋਪੈਥਿਕ ਦਾ ਵੀ ਪੱਖ ਦੱਸਿਆ ਜਾਂਦਾ, ਸਾਡੇ ਸਿਲੇਬਸ 'ਚ ਹੁੰਦਾ। ਬਟ ਹੋਮੋਪੈਥੀ ਜਿਹੜੀ ਹੈ ਟੋਟਲੀ ਇੱਕ ਅਲੱਗ ਤੋਂ ਮੈਡੀਸਨ ਹੈ। ਉਹ ਸਿਸਟਮ ਆਫ ਮੈਡੀਸਨ ਇੱਕ ਬਿਲਕੁਲ ਇੱਕ ਜਰਮਨੀ ਪੈਥੀ ਦੇ ਅਕੋਰਡਿੰਗਲੀ ਚੱਲਦਾ, ਜਿਹੜਾ ਕਿ ਬਿਲਕੁਲ ਇਹਨਾਂ ਤੋਂ ਅਲੱਗ ਹੈ, ਐਲੋਪੈਥਿਕ ਤੋਂ ਬਿਲਕੁਲ ਅਲੱਗ ਹੈ। ਜੀ। ਤੀਸਰਾ ਆਉਂਦਾ ਹੈ ਆਯੁਰਵੇਦ। ਆਯੁਰਵੇਦ ਇਸ ਧਰਤੀ ਦੇ ਉੱਤੇ ਸਭ ਤੋਂ ਪੁਰਾਣਾ ਇੱਕ ਐਸਟੈਬਲਿਸ਼ਡ ਸਿਸਟਮ ਆਫ ਮੈਡੀਸਨ ਹੈ। ਜੀ। ਸਭ ਤੋਂ ਪੁਰਾਣਾ ਐਸਟੈਬਲਿਸ਼ਡ ਸਿਸਟਮ ਆਫ ਮੈਡੀਸਨ ਫॉर ਹਿਊਮਨ ਬੀਇੰਗ, ਮਤਲਬ ਇਨਸਾਨਾਂ ਵਾਸਤੇ। ਹੁਣ ਇਹ ਵੇਦ, ਜਿਵੇਂ ਨਾਮ ਹੀ ਇਹਦਾ ਤੁਸੀਂ ਦੇਖੋ ਆਯੁਰਵੇਦ, ਜੀ, ਮਤਲਬ ਇਹ ਇੱਕ ਵੇਦ ਹੈ ਕਿਹਦਾ? ਆਯੂ ਦਾ। ਹੁਣ ਇਹ ਆਪਣੇ ਜਿਹੜੇ 4 ਵੇਦ ਲਿਖੇ ਗਏ ਨੇ ਸਭ ਤੋਂ ਪੁਰਾਣੇ ਹੈ। ਮਤਲਬ ਸੰਸਕ੍ਰਿਤੀ ਜਿਹਨੂੰ ਕਹਿੰਦੇ ਆ ਕਿ ਇੱਕ ਜ਼ਿਆਦਾ ਇੱਕ ਹਿਊਮਨ ਬੀਇੰਗ ਇੱਕ ਪੈਦਾ ਹੋਇਆ, ਜਦ ਇਹ ਇਸ ਧਰਤੀ ਦੇ ਉੱਤੇ ਇੱਕ ਇਨਸਾਨ ਦੀ ਆਪਾਂ ਕਹਿੰਦੇ ਕਿ ਸ਼ੁਰੂ ਹੋਇਆ ਇਨਸਾਨੀ ਜੀਵਨ। ਉਸ ਤੋਂ ਬਾਅਦ ਜਿਹੜੇ ਸਭ ਤੋਂ ਪੁਰਾਣੇ ਸ਼ਾਸਤਰ ਮੰਨੇ ਗਏ ਆ ਉਹ 4 ਆਪਣੇ ਵੇਦ ਨੇ। ਰਿਗਵੇਦ, ਯਜੁਰਵੇਦ, ਅਥਰਵਵੇਦ ਐਂਡ ਸਾਮਵੇਦ। ਜੀ। ਉਹਦੇ ਚੋਂ ਜਿਹੜਾ ਅਥਰਵਵੇਦ ਹੈ ਉਸ ਦਾ ਇਹ ਇੱਕ ਉਪਾਂਗ ਹੈ ਜੀ, ਜਿਸਨੂੰ ਅਸੀਂ ਆਯੁਰਵੇਦ ਕਹਿੰਦੇ ਹਾਂ। ਤੇ ਸਾਡੇ ਜਿਹੜੇ ਭਗਵਾਨ ਧਨਵੰਤਰੀ ਹੋਏ ਹਨ ਜਿਹੜੇ ਕਿ ਇਸ ਚੀਜ਼ ਦੇ ਰਚੇਤਾ ਨੇ। ਜੀ। ਪਰ ਇਹ ਸਭ ਤੋਂ ਜ਼ਿਆਦਾ ਪੌਰਾਣਿਕ, ਸਭ ਤੋਂ ਜ਼ਿਆਦਾ ਐਸਟੈਬਲਿਸ਼ਡ ਸਿਸਟਮ ਆਫ ਮੈਡੀਸਨ ਹੈ ਐਜ਼ ਪਰ ਆਵਰ ਸ਼ਾਸਤਰਾ। ਕਿਉਂਕਿ ਜਿੱਥੇ ਆਪਾਂ ਕਹਿੰਦੇ ਕਿ ਜੀ ਇਹਨਾਂ ਦਾ ਕੋਈ ਕਨਸੈਪਟ ਨਹੀਂ ਹੈ ਜਾਂ ਕੋਈ ਰਿਸਰਚ ਬੇਸ ਨਹੀਂ ਹੈ। ਦੇਖੋ ਰਿਸਰਚ ਜਦੋਂ ਵੀ ਕੀਤੀ ਜਾਂਦੀ ਹੈ 2 ਤਰੀਕੇ ਨਾਲ ਕੀਤੀ ਜਾਂਦੀ ਹੈ। ਉਹਦੇ ਜਿਹੜੇ ਐਵੀਡੈਂਸ ਹੈ 2 ਤਰੀਕੇ ਨਾਲ ਕੀਤੇ ਜਾਂਦੇ। ਇੱਕ ਅੱਜ ਕੱਲ੍ਹ ਕਲੀਨਿਕਲ ਐਵੀਡੈਂਸ ਆਉਂਦੇ ਨੇ ਜੋ ਕਿ ਐਲੋਪੈਥਿਕ ਜ਼ਿਆਦਾ ਚੱਲਦੇ ਨੇ, ਕਿ ਇੱਕ ਟਰਾਇਲ ਹੋਇਆ ਉਹਦਾ ਉਹਨਾਂ ਨੇ ਪਲੱਸ ਮਾਈਨਸ ਮੈਰਿਟ ਡਿਮੈਰਿਟਸ ਦਿਖੇ ਤੇ ਉਹ। ਲੇਕਿਨ ਇੱਕ ਐਵੀਡੈਂਸ ਉਹ ਵੀ ਮੰਨਿਆ ਜਾਂਦਾ ਜਿਹੜਾ ਕਿ ਥੋੜ੍ਹੇ ਇੱਕ ਰੈਫਰੈਂਸ ਬੁੱਕ 'ਚ ਲਿਖਿਆ। ਜੀ। ਤਾਂ ਸਭ ਤੋਂ ਜ਼ਿਆਦਾ ਐਸਟੈਬਲਿਸ਼ ਜਿਹੜਾ ਸਿਸਟਮ ਆਫ ਮੈਡੀਸਨ ਹੈ ਪੁਰਾਣਾ ਹਿਊਮਨ ਬੋਡੀ ਦਾ, ਉਹ ਤਾਂ ਆਯੁਰਵੇਦ ਹੀ ਹੈ। ਤਾਂ ਉਹਦੇ ਵਰਗਾ ਆਥੈਂਟਿਕ ਤਾਂ ਕੋਈ ਹੈ ਨਹੀਂ। ਹਾਂ, ਉਸਦੀ ਜਿਹੜੀ ਇੱਕ ਲੈਂਗੁਏਜ ਹੈ ਉਹ ਡਿਫਰੈਂਟ ਹੋ ਜਾਂਦੀ ਹੈ, ਬਟ ਹੈ ਤਾਂ ਹਿਊਮਨ ਬੋਡੀ ਦੀ ਹੈ। ਜੇ ਇੱਕ ਸਰੀਰ ਦੇ ਵਿੱਚ ਮੰਨ ਲਓ ਆਪਾਂ ਕਹਿੰਦੇ ਕਿ ਜ਼ੁਕਾਮ ਹੋਇਆ ਹੈ ਤਾਂ ਹੋਇਆ ਤਾਂ ਨੱਕ 'ਚੋਂ ਹੀ ਹੈ ਨਾ। ਹੁਣ ਨੱਕ ਨੂੰ ਕੋਈ ਨੋਜ਼ ਕਹਿ ਰਿਹਾ, ਕੋਈ ਉਸਨੂੰ ਉਹਦੇ ਹਿਸਾਬ ਨਾਲ ਰਾਈਨਾਈਟਿਸ ਕਹਿ ਰਿਹਾ, ਇਨਫਲੂਐਂਜ਼ਾ, ਕਿ 100 ਉਹਦੇ ਨਾਮ ਨੇ। ਜੀ। ਸਾਡੀ ਉਹਦੀ ਜਿਹੜੀ ਭਾਸ਼ਾ, ਸਾਡੀ ਸੰਸਕ੍ਰਿਤਿਕ ਹਿੰਦੀ ਭਾਸ਼ਾ ਜਿਹੜੀ ਸਭ ਤੋਂ ਪੁਰਾਣੀ ਇੱਕ ਲੈਂਗੁਏਜ ਵੀ ਹੈ। ਸੰਸਕ੍ਰਿਤ ਸਭ ਤੋਂ ਲੈਂਗੁਏਜ ਪੁਰਾਣੀ ਹੈ। ਜੀ। ਆਯੁਰਵੇਦ ਸਭ ਤੋਂ ਪੁਰਾਣਾ ਹੈ। ਤਾਂ ਉਹਦੇ ਵਰਗੀ ਚੀਜ਼ ਕੋਈ ਹੈ ਨਹੀਂ। ਇੱਕ ਇਹਦੇ 'ਚ ਮੈਂ ਹੋਰ ਤੁਹਾਨੂੰ ਇੱਕ ਪੁਆਇੰਟ ਇੱਕ ਹੋਰ ਐਡ ਕਰੂੰਗਾ ਕਿ ਸਿਰਫ ਇੱਕ ਆਯੁਰਵੇਦ ਹੀ ਇੱਕ ਐਸਾ ਐਸਟੈਬਲਿਸ਼ ਸਿਸਟਮ ਆਫ ਮੈਡੀਸਨ ਹੈ ਜਿਹੜਾ ਪੂਰੇ ਵਰਲਡ ਦੇ ਵਿੱਚ ਇੱਕ ਕੰਟਰੀ ਦਾ ਆਪਣਾ ਸਿਸਟਮ ਆਫ ਮੈਡੀਸਨ ਹੈ। ਇੰਡੀਅਨ ਸਿਸਟਮ ਆਫ ਮੈਡੀਸਨ। ਜੀ। ਇੰਡੀਅਨ ਸਿਸਟਮ, ਕੋਈ ਵੀ ਕੰਟਰੀ ਦਾ ਐਸਟੈਬਲਿਸ਼ ਸਿਸਟਮ ਆਫ ਮੈਡੀਸਨ ਪ੍ਰੋਪਰ ਨਹੀਂ ਹੈ। ਆਪਣਾ ਤਾਂ ਵੇਦ ਦੇ ਅਕੋਰਡਿੰਗਲੀ ਹੈ। ਫਿਰ ਆਪਣਾ ਹੁਣ ਆਯੁਰਵੇਦ ਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਕੋਈ ਬਿਮਾਰ ਹੋ ਗਿਆ ਉਹਦੇ ਬਾਰੇ ਹੀ ਦੱਸਿਆ ਗਿਆ। ਇਹ ਵੇਦ ਹੈ ਆਯੂ ਦਾ। ਆਯੂ ਦੀ ਜਿਹੜੇ ਇਨਵਰਟਡ ਕੌਮਾ ਦੇ ਵਿੱਚ ਜੇ ਅਸੀਂ ਡੈਫੀਨੇਸ਼ਨ ਵੀ ਤੁਸੀਂ ਲਾ ਕੇ ਚੱਲੀਏ, ਜਦੋਂ ਇੱਕ ਆਤਮਾ ਦੇ ਨਾਲ ਸਰੀਰ ਦਾ ਸੰਯੋਗ ਹੁੰਦਾ ਹੈ, ਜਿਵੇਂ ਆਪਾਂ ਪੰਜ ਮਹਾਭੂਤ ਕਹਿੰਦੇ ਨਾ, ਪ੍ਰਿਥਵੀ ਜਲ ਅਗਨੀ ਵਾਯੂ ਆਕਾਸ਼, ਆਪਣਾ ਸਰੀਰ ਵੀ ਉਹਦੇ 'ਚ ਹੀ ਆਪਾਂ ਡੈਥ ਦੇ ਟਾਈਮ ਕਹਿੰਦੇ ਪੰਜ ਤੱਤ 'ਚ ਵਿਲੀਨ ਹੋ ਗਿਆ। ਜਦੋਂ ਉਹ ਪੰਜ ਮਹਾਭੂਤ ਜਦੋਂ ਉਹਦੇ ਨਾਲ ਆਤਮਾ ਦਾ ਸੰਯੋਗ ਹੁੰਦਾ, ਜਦੋਂ ਉਹ ਜੀਵ ਆਤਮਾ ਬਣ ਜਾਂਦੀ ਹੈ ਜੀ, ਉਦੋਂ ਤੋਂ ਲੈ ਕੇ ਜਦੋਂ ਉਹਦਾ ਆਤਮਾ ਦੇ ਨਾਲ ਵਿਯੋਗ ਹੋ ਜਾਂਦਾ, ਮਤਲਬ ਵਿਛੋੜਾ ਹੋ ਜਾਂਦਾ, ਉਸ ਜਿਹੜਾ ਡਿਊਰੇਸ਼ਨ ਹੈ ਉਸ ਨੂੰ ਇਨਵਰਟਡ ਕੌਮਾ ਉਹ ਆਯੂ ਦਾ ਨਾਮ ਦਿੱਤਾ ਗਿਆ ਹੈ। ਜੀ।
ਉਸ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਸ ਨੂੰ ਆਯੁਰਵੇਦ ਕਹਿੰਦੇ ਨੇ। ਉਹਦੇ ਵਿੱਚ ਤੁਸੀਂ ਕਿਵੇਂ ਬਚਪਨ ਦੇ ਵਿੱਚ, ਜਿਵੇਂ ਗਰਭ ਦੇ ਵਿੱਚ ਹੀ ਲਾਓ ਆਪਾਂ, 9 ਮਹੀਨੇ ਬੱਚਾ ਗਰਭ 'ਚ ਰਹਿੰਦਾ, ਉਸ ਦੌਰਾਨ ਉਸਦੇ ਕੀ ਕੀ ਚੀਜ਼ਾਂ ਉਹਦੇ ਲਈ ਅੱਛੀਆਂ ਨੇ, ਉਹਨੂੰ ਕਿਵੇਂ ਕਿਵੇਂ ਮਾਤਾ ਲਈ ਕੀ ਕੀ ਹੋਣਾ ਚਾਹੀਦਾ ਹੈ, ਬੱਚੇ ਲਈ ਕੀ ਕੀ ਹੋਣਾ ਚਾਹੀਦਾ ਹੈ। ਫਿਰ ਜੋ ਬੱਚਾ ਜਨਮ ਲੈਂਦਾ ਉਦੋਂ ਕਿਸ ਤਰ੍ਹਾਂ ਉਹਦੀ ਬਿਹੇਵੀਅਰ ਚੇਂਜਸ ਆਉਂਦੀਆਂ ਨੇ, ਜਿਹੜੇ ਪਿਥਵੀ ਜਲ ਅਗਨੀ ਵਾਯੂ ਆਕਾਸ਼ ਨੇ ਉਹ ਕਿਵੇਂ ਕਿਵੇਂ ਬਦਲਦੇ ਰਹਿੰਦੇ ਨੇ। ਜੀ। ਫਿਰ ਆਪਣੇ ਜਿਹੜੀ ਸੀਜ਼ਨਲ ਵੇਰੀਏਸ਼ਨਸ ਨੇ, 6 ਰਿਤੂਆਂ ਆਪਣੀਆਂ, ਹਰ 2 ਮਹੀਨੇ ਬਾਅਦ ਸੀਜ਼ਨਲ ਵੇਰੀਏਸ਼ਨ ਆਉਂਦੀ ਹੈ, ਉਹਨੂੰ 2 ਚ ਡਿਵਾਈਡ ਕੀਤਾ ਜਾਂਦਾ ਹੈ। 6 ਮਹੀਨੇ ਅਦਾਨ ਕਾਲ ਹੈ, ਜਿਵੇਂ ਹੁਣੇ ਆਪਣਾ ਹੁਣ ਕੱਲ 2080 ਆਪਣਾ ਜਿਹੜਾ ਨਵਾਂ ਸਾਲ ਹੈ ਇੰਡੀਅਨ ਕਲਚਰ ਦਾ, ਉਹ 2080 ਕੱਲ ਤੋਂ ਸ਼ੁਰੂ ਹੋਇਆ। ਪਹਿਲਾ ਨਵਰਾਤਰਾ ਸੀ 2080 ਕੱਲ ਸ਼ੁਰੂ ਹੋਇਆ। ਹੁਣ ਇਹ ਅਦਾਨ ਕਾਲ ਦੇ ਰਿਤੂਆਂ ਨੇ, 3 ਰਿਤੂਆਂ ਅਦਾਨ ਕਾਲ ਦੀਆਂ, 6 ਮਹੀਨੇ ਉਹਦੇ ਚੱਲਦੀਆਂ। ਅਦਾਨ ਕਾਲ ਮਤਲਬ ਜਦੋਂ ਸੂਰਜ ਧਰਤੀ ਦੇ ਨੇੜੇ ਆ ਰਿਹਾ ਜੀ। ਜਦੋਂ ਦੂਰ ਜਾਂਦਾ ਉਦੋਂ ਉਹਨੂੰ ਕਹਿੰਦੇ ਵਿਸਰਗ ਕਾਲ। ਉਹਦੀਆਂ 6 ਰਿਤੂਆਂ ਅਲੱਗ ਨੇ। ਜਦੋਂ ਧਰਤੀ ਦੇ ਕੋਲ ਸੂਰਜ ਆਏਗਾ, ਜਦੋਂ ਧਰਤੀ ਤੋਂ ਦੂਰ ਜਾਏਗਾ, ਉਹਦੇ ਹਿਸਾਬ ਨਾਲ ਆਪਣੀ ਧਰਤੀ ਉੱਤੇ ਹਰ 5 ਤੱਤਵ ਜਿਹਦੇ ਵਿੱਚ ਹੈਗੇ ਆ, ਹਰੇਕ ਦੇ ਉੱਤੇ ਕੋਈ ਨਾ ਕੋਈ ਡਿਫਰੈਂਸ ਆਏਗਾ। ਚਾਹੇ ਉਹ ਪੱਤੇ ਵੀ ਤੇ ਝੜਦੇ ਆ, ਗਿੱਲੇ ਹੁੰਦੇ ਨੇ, ਸੁੱਕਦੇ ਨੇ, ਮੌਸਮ ਦੇ ਹਿਸਾਬ ਨਾਲ ਚੇਂਜਸ ਆਉਂਦੀਆਂ ਨੇ। ਤੇ ਆਪਣੇ ਸਰੀਰ ਦੇ ਵਿੱਚ ਵੀ ਉਹ ਚੇਂਜਸ ਆਉਂਦੀਆਂ, ਕਿਉਂਕਿ ਆਪਾਂ ਵੀ ਪੰਜ ਮਹਾਭੂਤ ਤੋਂ ਹੀ ਬਣੇ ਹੋਏ ਹਾਂ। ਉਸ ਹਿਸਾਬ ਨਾਲ ਤੁਹਾਨੂੰ ਆਪਣੇ ਖਾਣ ਪੀਣ ਦੇ ਵਿੱਚ ਹਰ 2 ਮਹੀਨੇ 'ਚ ਕੀ ਚੇਂਜ ਕਰਨਾ ਚਾਹੀਦਾ, ਜਿਸ ਹਿਸਾਬ ਨਾਲ ਤੁਹਾਨੂੰ ਉਸ ਦੇ ਵਿੱਚ ਦਾ ਬੁਰਾ ਇਫੈਕਟ ਨਾ ਆਏ। ਜੇ ਬੁਰਾ ਇਫੈਕਟ ਆਊਗਾ ਤਾਂ ਰੋਗ ਉਤਪੰਨ ਹੋਏਗਾ। ਜੇ ਰੋਗ ਉਤਪੰਨ ਹੋਏਗਾ ਤਾਂ ਉਹਦਾ ਕਿਹੜੀ ਦਵਾਈ ਦੇ ਨਾਲ ਜਾਂ ਖਾਣ ਪੀਣ ਦੇ ਚੇਂਜਸ ਨਾਲ ਤੁਸੀਂ ਠੀਕ ਹੋ ਸਕਦੇ ਹੋ। ਸੋ ਇਹ 2 ਪਾਰਟਸ ਦੇ ਵਿੱਚ ਆਯੁਰਵੇਦ ਵੰਡਿਆ ਹੋਇਆ ਹੈ। ਇੰਨੀ ਡਿਟੇਲਡ, ਇੰਨਾ ਸਾਇੰਟੀਫਿਕ ਬੇਸ ਮੈਨੂੰ ਅੱਜ ਤੱਕ ਵੀ ਕਿਸੇ ਵੀ ਸਿਸਟਮ ਆਫ ਮੈਡੀਸਿਨ ਦੇ ਵਿੱਚ ਨਹੀਂ ਮਿਲਿਆ, ਸਪੈਸ਼ਲੀ ਐਲੋਪੈਥਿਕ ਦੇ ਵਿੱਚ ਇੰਨੀ ਡਿਟੇਲ ਨਹੀਂ ਹੈ ਕਿ ਹਰ ਸੀਜ਼ਨ ਦੇ ਅਕੋਰਡਿੰਗਲੀ ਸਵੇਰੇ, ਇਹ ਤਾਂ ਹੋ ਗਈ ਸੀਜ਼ਨ ਦੇ ਅਕੋਰਡਿੰਗਲੀ। ਇੱਕ ਅਸੀਂ ਕਹਿੰਦੇ ਰਾਤਰੀ ਚਰਿਆ, ਦਿਨ ਚਰਿਆ ਜੀ। ਸਵੇਰੇ ਉੱਠਣ ਤੋਂ ਬਾਅਦ ਜਦੋਂ ਸੂਰਯ ਉਦੈ ਹੋਇਆ, ਸੂਰਯ ਅਸਤ ਹੋਇਆ, ਚੰਦਰੋ ਉਦੈ ਹੋਇਆ, ਚੰਦਰੋ ਅਸਤ ਹੋਇਆ, ਚੰਦਰਮਾ ਦਾ, ਉਸ ਦੌਰਾਨ ਤੁਹਾਡੇ ਸਰੀਰ ਦੇ ਅੰਦਰ ਕੀ ਕੀ ਚੇਂਜਸ ਆ ਰਹੀਆਂ ਜੀ, ਨੈਚੁਰਲ ਚੇਂਜਸ, ਉਸ ਹਿਸਾਬ ਨਾਲ ਤੁਸੀਂ ਕਿਵੇਂ ਖਾਣਾ ਪੀਣਾ ਹੈ। ਤਾਂ ਉਹਦਾ ਵੀ ਇੱਕ ਡਿਟੇਲ ਸਾਡੇ ਸ਼ਾਸਤਰਾਂ 'ਚ ਲਿਖੀ ਹੋਈ ਹੈ, ਆਯੁਰਵੇਦ 'ਚ ਲਿਖੀ ਹੋਈ ਹੈ। ਜੀ। ਫੀਮੇਲ ਵਾਸਤੇ ਉਹ ਕੀ ਮਾਇਨੇ ਰੱਖਦੇ ਹੈ ਤੇ ਮੇਲਸ ਵਾਸਤੇ ਕੀ ਮਾਇਨੇ ਰੱਖਦੇ ਹੈ, ਬੱਚਿਆਂ ਵਾਸਤੇ ਕੀ ਮਾਇਨੇ ਰੱਖਦੇ ਹੈ, ਬੁੜਿਆਂ ਵਾਸਤੇ ਕੀ ਮਾਇਨੇ ਰੱਖਦੇ ਹੈ, ਮਿਡਲ ਏਜ ਦੇ ਵਿੱਚ ਉਹਦਾ ਕੀ ਮਾਇਨਾ ਹੈ, ਉਹਦੇ ਵਿੱਚ ਤੁਸੀਂ ਕੀ ਕਰਨਾ ਹੈ। ਹਰ ਚੀਜ਼ ਦਾ ਜੇ ਆਪਾਂ ਡਿਟੇਲ ਤੁਸੀਂ ਅੱਗੇ ਗੱਲਬਾਤ ਨਿਕਲੇਗੀ ਤਾਂ ਮੈਂ ਤੁਹਾਨੂੰ ਸਮਝਾ ਪਾਊਂਗਾ ਕਿ ਹਰੇਕ ਚੀਜ਼ ਦਾ ਇੱਕ ਬੇਸਿਕ ਕਨਸੈਪਟ ਹੈ। ਜੇ ਨਿੰਬੂ ਖਾਣਾ ਤਾਂ ਕਿਉਂ ਖਾਣਾ ਹੈ, ਜੇ ਅਦਰਕ ਖਾਣਾ ਤਾਂ ਕਿਉਂ ਖਾਣਾ ਹੈ, ਜੇ ਸੁੰਡ ਖਾਣੀ ਤਾਂ ਕਿਉਂ ਖਾਣੀ ਹੈ, ਕਦੋਂ ਖਾਣੀ ਚਾਹੀਦੀ ਹੈ, ਕਦੋਂ ਨਹੀਂ ਖਾਣੀ ਚਾਹੀਦੀ। ਹਰ ਚੀਜ਼ ਦਾ ਇੱਕ ਆਧਾਰ ਹੈ। ਇਹ ਸਿਰਫ ਪ੍ਰੋਬਲਮ ਕਿੱਥੋਂ ਆ ਗਈ, ਜਦੋਂ ਆਪਣੇ ਦੇਸੀ ਨੁਸਖੇ ਔਰ ਇੱਕ ਸਿਸਟਮ ਆਫ ਮੈਡੀਸਿਨ ਆਪਸ 'ਚ ਕੰਬਾਈਨਡ ਹੋ ਗਏ। ਦੇਸੀ ਨੁਸਖਿਆਂ ਉਹ ਜਿਹੜਾ ਲਿੰਕ ਹੁੰਦਾ ਨਾ ਇਹ ਸਾਇੰਸ ਦੇ ਨਾਲ ਜੀ, ਉਹ ਆਪਣਾ ਇਸ ਟਾਈਮ ਮਿਸਿੰਗ ਹੈ, ਜਿਹਨੂੰ ਅਸੀਂ ਜੋੜਨ ਦੇ ਵਿੱਚ ਮੇਰੇ ਵਰਗੇ ਇੱਕ, ਅਸੀਂ ਵੀ ਸਿਪਾਹੀ ਹਾਂ ਆਪਣੀ ਪੈਥੀ ਦੇ, ਅਸੀਂ ਉਸ ਚੀਜ਼ ਦੇ ਯੋਧਾ ਹਾਂ ਜੀ, ਤੇ ਉਹਨਾਂ ਨੂੰ ਅਸੀਂ ਇੱਕ ਕਾਮਨ ਪਬਲਿਕ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ। ਡਾਕਟਰ ਸਾਹਿਬ ਕਹਿੰਦੇ ਨੇ ਕਿ ਸਾਨੂੰ ਖਾਸ ਕਰਕੇ ਜਿਹੜੀਆਂ ਐਲੋਪੈਥੀ ਦੀਆਂ ਦਵਾਈਆਂ ਕਿ ਇਹ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ, ਇਹਨਾਂ ਦਾ ਬਾਅਦ ਦੇ ਵਿੱਚ ਨੁਕਸਾਨ ਹੁੰਦਾ। ਇੱਕ ਦੂਜੀ ਧਾਰਨਾ ਇਹ ਵੀ ਆਉਂਦੀ ਹੈ ਕਿ ਸੱਚਮੁੱਚ ਸਾਡੇ ਸਾਹਮਣੇ ਕਈ ਮਿਸਾਲਾਂ ਹੁੰਦੀਆਂ ਐਵੇਂ ਦੇ ਲੋਕਾਂ ਦੀਆਂ ਕਿ ਜਿਨ੍ਹਾਂ ਨੇ ਬਿਨਾਂ ਦਵਾਈਆਂ ਤੋਂ ਆਪਣੇ ਸਰੀਰ ਨੂੰ ਠੀਕ ਕੀਤਾ ਹੁੰਦਾ। ਸਾਡੇ ਖਾਣ ਪੀਣ ਦਾ ਸਾਡੀ ਸਿਹਤ ਦੇ ਉੱਤੇ, ਜਿਵੇਂ ਅਸੀਂ ਥੋੜ੍ਹੇ ਦਿਨ ਪਹਿਲਾਂ ਗੱਲ ਕਰ ਰਹੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਨਾ ਸਾਡਾ ਖਾਣ ਪੀਣ ਜਿਹੜਾ ਹੈ ਉਹ ਇੰਟਰਨੈਸ਼ਨਲ ਹੋ ਗਿਆ ਜੀ। ਸਾਡੇ ਖਾਣ ਪੀਣ ਦਾ ਸਾਡੀ ਸਿਹਤ ਦੇ ਉੱਤੇ ਅਸਰ ਪੈ ਰਿਹਾ। ਹਰ ਮੌਸਮ ਦੇ ਵਿੱਚ ਹਰ ਤਰ੍ਹਾਂ ਦਾ ਫਲ ਮਿਲ ਜਾਂਦਾ ਹੈ। ਮੌਸਮੀ ਚੀਜ਼ਾਂ, ਅਸੀਂ ਨਿੱਕੇ ਹੁੰਦੇ ਤੋਂ ਪੜ੍ਹਦੇ ਆਏ ਹਾਂ ਕਿ ਮੌਸਮੀ ਫਲ ਸਬਜ਼ੀਆਂ ਖਾਓ, ਹੁਣ ਕੋਈ ਮੌਸਮ ਹੀ ਨਹੀਂ ਹੈ ਜੀ। ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਇਹ ਵੀ ਉਸੇ ਜਿਹੜੀ ਆਪਣੀ ਪਹਿਲਾਂ ਗੱਲ ਹੋਈ ਹੈ ਉਸ ਦੀ ਹੀ ਕੜੀ ਨਾਲ ਕੜੀ ਜੁੜੇਗੀ। ਹੁਣ ਤੁਸੀਂ ਆਪ ਹੀ ਕਿਹਾ ਕਿ ਹੁਣ ਹਰ ਮੌਸਮ ਦੇ ਵਿੱਚ ਹਰ ਫਲ ਮਿਲ ਜਾਂਦਾ। ਹੁਣ ਲੇਕਿਨ ਉਹ ਫਲ ਕਿੱਥੋਂ ਆਇਆ? ਉਹਦੇ 2 ਹੀ ਰੀਜ਼ਨ ਹੋਣਗੇ। ਮੰਨ ਲਓ ਅੱਜ ਦੇ ਮੌਸਮ ਦੇ ਵਿੱਚ ਕੋਈ ਡਰਾਈ ਫਰੂਟ ਪੈਦਾ ਹੋ ਰਿਹਾ, ਜਿਵੇਂ ਹੁਣ ਆਪਣਾ ਬਸੰਤ ਰਿਤੂ ਚੱਲ ਰਹੀ ਹੈ ਜੀ। ਹੁਣ ਸਰਦੀਆਂ ਦੇ ਵਿੱਚ ਆਪਣੇ ਡਰਾਈ ਫਰੂਟ ਜ਼ਿਆਦਾ ਚੱਲਦੇ ਨੇ, ਠੀਕ ਹੈ ਨਾ। ਹਜੇ ਖਰਬੂਜੇ ਦਾ ਵੀ ਟਾਈਮ ਨਹੀਂ ਆਇਆ, ਅੰਬ ਦੇ ਵੀ ਹਜੇ ਬੁਰੂ ਪਿਆ, ਹਜੇ ਅੰਬੀਆਂ ਨਹੀਂ ਲੱਗੀਆਂ। ਜੀ। ਹੁਣ ਜੇ ਅੱਜ ਦੀ ਡੇਟ ਦੇ ਵਿੱਚ ਮੈਂ ਅੰਬ ਦੀ ਹੀ ਗੱਲ ਕਰਾਂ,
ਜੇ ਮੰਡੀਆਂ 'ਚ ਆ ਗਿਆ ਅੰਬ। ਮੰਡੀਆਂ 'ਚ ਆ ਗਿਆ, ਉਹ ਕਿੱਥੋਂ ਆਇਆ, ਉਹ ਕਿੱਥੋਂ ਪੈਦਾ ਹੋਇਆ? ਦੋ ਰਸਤੇ ਨੇ, ਜਾਂ ਤਾਂ ਕਿਸੇ ਤਰ੍ਹਾਂ ਕੋਈ ਬਹੁਤ ਹੀ ਕਿਸੇ ਐਸੀ ਜਗ੍ਹਾ ਤੇ ਕੋਈ ਹਾਈਬ੍ਰਿਡ ਵੈਰਾਈਟੀ ਲਗਾ ਕੇ ਉਹਦੇ ਵਿੱਚ ਇੰਜੈਕਸ਼ਨ ਲਗਾ ਕੇ, ਜਾਂ ਤਾਂ ਉਹ ਚੀਜ਼ ਅੱਜਕੱਲ ਚੱਲਦੀ ਹੈ। ਜਿਵੇਂ ਆਪਾਂ ਦੇਖਦੇ ਹਾਂ ਕਈ ਖੇਤਾਂ ਦੇ ਵਿੱਚ ਵੀ ਇੰਜੈਕਸ਼ਨ ਲਗਾਇਆ, ਘੀਆ ਇੰਨੀ ਤੋਂ ਇੰਨੀ ਹੋ ਗਈ, ਟਮਾਟਰ ਇੰਨੇ ਤੋਂ ਇੰਨੇ ਹੋ ਗਏ, ਹੈ ਨਾ, ਮੈਡੀਸਿਨਸ ਲਗਾ ਕੇ ਉਹ ਕਰਦੇ ਨੇ। ਇੱਕ ਤਾਂ ਉਹ ਚੀਜ਼ ਹੋ ਗਈ, ਉਹ ਆਲਰੇਡੀ ਹੀ ਜਾਂ ਪੈਸਟੀਸਾਈਡਸ ਦੇ ਨਾਲ ਪੈਦਾਵਾਰ ਇੱਡੀ ਵੱਡੀ ਕਰ ਲਈ, ਮੀਨਸ ਹਾਈਬ੍ਰਿਡ ਵੈਰਾਈਟੀ ਜਾਂ ਕੈਮੀਕਲ ਬੇਸਡ ਜਿਹਨੂੰ ਆਪਾਂ ਕਹਿ ਲੈਂਦੇ, ਉਹ ਤਾਂ ਇਟਸੈਲਫ ਹੀ ਜਦ ਕੈਮੀਕਲ ਆ ਗਿਆ ਤਾਂ ਇਟਸੈਲਫ ਹੀ ਡੇਂਜਰਸ ਹੈ, ਹਾਰਮਫੁਲ ਹੈ। ਜੀ। ਨੰਬਰ 2 ਕਿ ਉਹ ਕਿੱਥੋਂ ਆਇਆ, ਕਿੱਥੋਂ, ਕਿਹੜੇ ਦੇਸ਼ ਦਾ ਉਹ, ਔਰ ਆਪਣੇ ਉਰੇ ਹੁਣ ਕਿਹੜਾ ਮੌਸਮ ਚੱਲ ਰਿਹਾ, ਡਿਪੈਂਡ ਉਹ ਕਰਦਾ। ਹੁਣ ਜੇ ਅੱਜ ਦੇ ਮੌਸਮ ਦੇ ਵਿੱਚ ਜੇ ਮੈਂ ਅੰਬ ਖਾਊਂਗਾ, ਚਾਹੇ ਉਹ ਇੱਕ ਐਸੇ ਦੇਸ਼ ਚੋਂ ਆਇਆ ਜਿੱਥੇ ਨੈਚੁਰਲੀ ਉਗਿਆ ਹੋਵੇ, ਕੋਈ ਕੈਮੀਕਲ ਬੇਸ ਨਹੀਂ ਹੈ, ਲੇਕਿਨ ਉਹ ਇੱਕ ਐਸੇ ਦੇਸ਼ ਚੋਂ ਆਇਆ ਜਿੱਥੇ ਮੌਸਮ ਹੀ ਅੰਬ ਦਾ ਹੈ ਇਸ ਟਾਈਮ, ਉੱਥੋਂ ਉਗ ਕੇ ਉਹਨਾਂ ਨੇ ਤੋੜਿਆ ਤੇ ਆਪਣੇ ਕੋਲ ਉਰੇ ਆ ਗਿਆ ਵਿਦਆਊਟ ਅਡਲਟ੍ਰੇਸ਼ਨ। ਲੇਕਿਨ ਜਦੋਂ ਆਪਣੇ ਕੋਲ ਮੌਸਮ ਨਹੀਂ ਹੈ, ਹੁਣ ਜੇ ਅਸੀਂ ਉਹ ਖਾਵਾਂਗੇ ਕੀ ਉਹ ਸਹੀ ਹੈ? ਹਾਂ, ਜੇ ਤਾਂ ਤੁਸੀਂ ਕਹੋਗੇ ਉਹ ਕੈਮੀਕਲ ਵਾਲੇ ਦੇ ਨਾਲ ਕੰਪੈਰੀਜ਼ਨ ਕਰੋਗੇ ਤਾਂ ਸਹੀ ਹੈ, ਲੇਕਿਨ ਆਪਣੇ ਸਰੀਰ ਵਾਸਤੇ ਉਹ ਵੀ ਖਰਾਬ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜਾ ਅੰਬ ਹੈ ਉਹ ਇੱਕ ਤਾਂ ਜੂਸੀ ਹੈ, ਜੂਸ ਹੈ ਉਹਦੇ ਵਿੱਚ ਜੀ, ਇੱਕ ਉਹ ਮਧੁਰ ਰਸ ਹੈ, ਮੀਨਸ ਮਿੱਠਾ ਹੈ, ਠੀਕ ਹੈ। ਹੁਣ ਮਧੁਰ ਸਾਡੇ 6 ਰਸ ਮੰਨੇ ਗਏ ਆ ਆਯੁਰਵੇਦ ਦੇ ਵਿੱਚ, ਮਧੁਰ, ਅਮਲ, ਲਵਣ, ਕਟੂ, ਤਿਕਤ ਤੇ ਕਸ਼ਾਏ। 7ਵਾਂ ਰਸ ਸਾਡੇ ਨਹੀਂ ਮੰਨਿਆ ਗਿਆ ਜੀ। ਹੁਣ ਇਹ ਵੀ ਅੱਗੇ ਲਿੰਕ ਮਹਾਭੂਤ ਦੇ ਨਾਲ ਜਾਂ ਪੰਚ ਮਹਾਭੂਤ ਦੇ ਨਾਲ। ਜਿਹੜਾ ਮਧੁਰ ਰਸ ਹੈ ਉਹ ਜਲ ਔਰ ਪ੍ਰਿਥਵੀ ਦੇ ਤੋਂ ਬਣਦਾ ਹੈ, ਪ੍ਰਿਥਵੀ ਮਹਾਭੂਤ ਔਰ ਜਲ ਮਹਾਭੂਤ। ਜਦੋਂ ਦੋਨੋਂ ਮਿਕਸ ਹੁੰਦੇ ਆ ਤਾਂ ਮਧੁਰ ਰਸ ਦੀ ਉਤਪਤੀ ਹੁੰਦੀ ਹੈ ਜੀ। ਮੀਨਸ ਪ੍ਰਿਥਵੀ ਮਤਲਬ ਹੈਵੀ, ਗੁਰੂ। ਇਹ ਚੀਜ਼ ਮਿੱਠੀ ਜੇ ਹੋਏਗੀ ਤਾਂ ਤੁਹਾਨੂੰ ਅੱਜ ਦੇ ਮੌਸਮ 'ਚ ਕੀ ਮਿੱਠਾ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਪਹਿਲਾਂ ਤਾਂ ਉਸ ਚੀਜ਼ ਦੇ ਉੱਤੇ ਆਪਾਂ ਆਵਾਂਗੇ। ਬਸੰਤ ਰਿਤੂ ਦੇ ਵਿੱਚ ਜਦੋਂ ਸੂਰਜ ਆਪਣੇ ਧਰਤੀ ਦੇ ਕੋਲ ਆ ਰਿਹਾ ਤਾਂ ਹੁੰਦਾ ਕੀ ਹੈ, ਆਪਾਂ ਪਿੱਛੇ ਕੀ ਸੀ, ਆਪਣੇ ਸਰਦੀਆਂ ਸੀ, ਸਰਦੀਆਂ ਤੋਂ ਆਪਾਂ ਬਸੰਤ ਰਿਤੂ 'ਚ ਆਏ ਨਾ ਜੀ। ਉਦੋਂ ਆਪਾਂ ਫੁੱਲ ਸਲੀਵ ਕੱਪੜੇ ਪਾਏ ਹੁੰਦੇ ਨੇ, ਹਰ ਚੀਜ਼ ਆਪਣੀ ਪੈਕਡ ਹੁੰਦੀ ਹੈ, ਆਪਾਂ ਅੰਦਰ ਦੁਬਕੇ ਹੁੰਦੇ ਆ, ਤਾਂ ਸਰੀਰ ਦੀ ਜਿਹੜੀ ਅਗਨੀ ਹੈ ਉਹ ਅੰਦਰ ਇਕੱਠੀ ਹੋਈ ਹੁੰਦੀ ਹੈ ਬੁੱਕਲ ਮਾਰ ਕੇ ਜੀ। ਉਹ ਜਦੋਂ ਇਕੱਠੀ ਹੁੰਦੀ ਹੈ, ਆਪਣੇ ਪੋਰਸ ਵੀ ਸਾਰੇ ਸਵੈਟ ਗਲੈਂਡਸ ਵਗੈਰਾ ਸਭ ਬੰਦ ਹੁੰਦੇ ਨੇ, ਸਾਰੀ ਅਗਨੀ ਅੰਤਰੋਮੁਖੀ ਹੁੰਦੀ ਹੈ। ਇਸ ਕਰਕੇ ਉਸ ਟਾਈਮ ਆਪਾਂ ਕਹਿੰਦੇ ਜੀ ਪਿੰਨੀਆਂ ਖਾ ਲਓ ਜਾਂ ਉਹ ਖਾ ਲਓ, ਵੀ ਉਦੋਂ ਪਚ ਸਕਦੀਆਂ ਨੇ, ਕਿਉਂਕਿ ਅਗਨੀ ਅੰਦਰ ਇਨਕਿਊਮੂਲੇਟਿਡ ਹੈ। ਜਿਵੇਂ ਹੁਣ ਸੂਰਜ ਆਪਣੇ ਧਰਤੀ ਦੇ ਕੋਲ ਆ ਰਿਹਾ ਹੈ ਤਾਂ ਆਪਾਂ ਕੱਪੜੇ ਹੌਲੀ ਹੌਲੀ ਘੱਟ ਕਰਨੇ ਸ਼ੁਰੂ ਕਰ ਦਿੰਦੇ ਹਾਂ, ਤਾਂ ਇੱਕ ਪੋਰਸ ਖੁੱਲ੍ਹਣੇ ਸ਼ੁਰੂ ਹੁੰਦੇ ਆ, ਤਾਂ ਅਗਨੀ ਦਾ ਕੀ ਹੋ ਗਿਆ, ਬਹਿਰਮੁਖੀ, ਬਾਹਰੋਂ ਨਿਕਲ ਰਹੀ ਹੈ। ਤਾਂ ਉਹਦੇ ਨਾਲ ਕੀ ਹੋਊਗਾ, ਜਿਹੜੀ ਚੀਜ਼ ਐਕਿਊਮੂਲੇਟਿਡ ਸਰੀਰ 'ਚ ਸੀਗੀ, ਇਕੱਠੀ ਹੋਈ ਸੀ, ਉਹ ਪਿਘਲਣੀ ਸ਼ੁਰੂ ਹੁੰਦੀ ਹੈ। ਠੀਕ ਹੈ ਨਾ, ਸੂਰਜ ਪਿਆ ਤਾਂ ਪਿਘਲਣੀ ਸ਼ੁਰੂ ਹੋਈ ਜੀ। ਜਦੋਂ ਪਿਘਲਣੀ ਸ਼ੁਰੂ ਹੁੰਦੀ ਹੈ ਉਹ ਬੋਡੀ ਵਿੱਚ ਇਕੱਠੀ ਹੁੰਦੀ ਹੈ, ਉਹਨੂੰ ਕਹਿੰਦੇ ਹਾਂ ਅਸੀਂ ਕਫ। ਇਹ ਜਿਹੜਾ ਸੀਜ਼ਨ ਹੈ ਬਸੰਤ ਰਿਤੂ ਵਾਲਾ ਸੀਜ਼ਨ, ਇਹ ਕਫ ਦੇ ਪ੍ਰਕੋਪ ਦਾ ਸੀਜ਼ਨ ਹੈ, ਕਿਉਂਕਿ ਬਾਹਰ ਨਿਕਲਦੇ ਇਸ ਟਾਈਮ ਐਲਰਜੀਜ਼ ਪੀਕ ਤੇ ਹੁੰਦੀਆਂ ਜੀ। ਔਰ ਕਿਤੇ ਵੀ ਵਰਲਡ ਦੇ ਵਿੱਚ ਇਸ ਕਨਸੈਪਟ ਨੂੰ, ਆਯੁਰਵੈਦਿਕ ਕਨਸੈਪਟ ਨੂੰ ਤੁਸੀਂ ਇੰਟਰਨੈਸ਼ਨਲ ਕੋਈ ਵੀ ਕੰਟਰੀ ਦੇ ਉੱਤੇ ਅਪਲਾਈ ਕਰ ਸਕਦੇ ਹੋ ਐਸ ਪਰ ਦਾ ਸੀਜ਼ਨ। ਜਿੱਥੇ ਵੀ ਪੋਲਨਸ ਦਾ ਸੀਜ਼ਨ ਆਉਂਦਾ ਹੈ ਜਾਂ ਇੱਦਾਂ ਦਾ ਫਾਲ ਦਾ ਸੀਜ਼ਨ ਆਉਂਦਾ ਹੈ ਤਾਂ ਉੱਥੇ ਇਹੀ ਚੀਜ਼ ਐਪਲੀਕੇਬਲ ਹੋਏਗੀ। ਉੱਥੇ ਕਹਿੰਦੇ ਪੋਲਨਸ ਐਲਰਜੀ ਹੋ ਗਈ, ਆਪਣੇ ਜ਼ੁਕਾਮ ਵਗੈਰਾ ਜ਼ਿਆਦਾ ਹੋ ਗਏ, ਹੈ ਨਾ, ਇਸ ਟਾਈਮ ਖਾਂਸੀ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ। ਇਹ ਸਾਰੇ ਇਹ ਇਸ ਸੀਜ਼ਨ ਦੇ ਵਿੱਚ ਇੱਕ ਨੈਚੁਰਲ ਚੀਜ਼ਾਂ ਨੇ ਜੀ। ਆਉਣ ਵਾਲਾ ਸੀਜ਼ਨ ਆਪਣਾ ਆ ਰਿਹਾ ਗਰਮੀ ਦਾ, ਅਗਲਾ ਸੀਜ਼ਨ 2 ਮਹੀਨੇ ਗਰਮੀ, ਗ੍ਰੀਸ਼ਮ ਰਿਤੂ ਜਿਹਨੂੰ ਆਪਾਂ ਕਹਿੰਦੇ ਹਾਂ ਜੀ। ਵਰਸ਼ਾ ਰਿਤੂ ਬਾਅਦ ਜੋ, ਪਹਿਲਾਂ ਗ੍ਰੀਸ਼ਮ ਰਿਤੂ ਆਉਂਦੀ ਹੈ। ਜਦੋਂ ਗ੍ਰੀਸ਼ਮ ਰਿਤੂ ਆਉਂਦੀ ਹੈ ਇਸ ਤੋਂ ਬਾਅਦ ਉਹ ਇਹ ਕਫ ਸੁੱਕ ਜਾਂਦਾ ਤੇ ਬਾਅਦ ਦੇ ਵਿੱਚ ਬੋਡੀ 'ਚ ਡਰਾਈਨੈਸ ਆਊਗੀ, ਲੂ ਪੈਂਦੀ ਹੈ ਨਾ, ਹਜੇ ਤਾਂ ਲੂ ਨਹੀਂ ਪੈ ਰਹੀ ਜੀ। ਇਸ ਟਾਈਮ ਆਪਾਂ ਨੂੰ ਸਰੀਰ 'ਚੋਂ ਕੋਈ ਚੀਜ਼ ਐਸੀ ਚਾਹੀਦੀ ਹੈ ਜਿਹੜੀ ਕਿ ਆਰਾਮ ਨਾਲ ਇਕੱਠੇ ਹੋਏ ਕਫ ਨੂੰ ਬਾਹਰ ਕੱਢੇ, ਬਟ ਵਿਦਆਊਟ ਕ੍ਰੀਏਟਿੰਗ ਦ ਡਰਾਈਨੈਸ ਜੀ। ਕਿਉਂਕਿ ਜੇ ਤੁਸੀਂ ਉਸਨੂੰ ਸਟਰੋਂਗ ਦਵਾਈ ਦੇ ਕੇ ਉਸ ਕ੍ਰੀਸ਼ਨ ਨੂੰ ਦਬਾਤਾ
ਤੁਹਾਡੀ ਡਰਾਈ ਕਫ ਜਿਹੜੀ ਹੈ ਉਹ ਤੁਹਾਡੇ ਸਰੀਰ ਨੂੰ ਤੰਗ ਕਰੇਗੀ, ਤੁਹਾਡਾ ਰੈਸਪੀਰੇਟਰੀ ਸਿਸਟਮ ਸਾਰਾ ਸੁੱਕ ਜਾਏਗਾ, ਨਾਰਮਲ ਲੁਬਰੀਕੇਸ਼ਨ ਰਹੇਗੀ ਨਹੀਂ, ਕਿਉਂਕਿ ਆਉਣ ਵਾਲਾ ਸੀਜ਼ਨ ਤਾਂ ਗਰਮੀ ਦਾ ਹੋ ਰਿਹਾ ਜੀ। ਠੀਕ ਹੈ ਨਾ। ਉਸ ਟਾਈਮ ਗਰਮੀ ਤਾਂ ਇਸ ਸੀਜ਼ਨ ਦੇ ਵਿੱਚ ਜਦੋਂ ਤੁਸੀਂ ਐਦਾਂ ਦੀ ਜਿਵੇਂ ਮਗ ਪੀਪਲ ਹੈ, ਇਹ ਆਰਾਮ ਨਾਲ ਤੁਹਾਡੇ ਚੀਜ਼ਾਂ 'ਚੋਂ ਕੱਢੇਗੀ ਵੀ ਕਫ ਨੂੰ, ਤੇ ਨਾਲ ਤੁਹਾਡਾ ਅੰਦਰੋਂ ਡਰਾਈਨੈਸ ਨਹੀਂ ਹੋਏਗੀ, ਕਿਉਂਕਿ ਅੰਦਰੋਂ ਉਹ ਲੁਬਰੀਕੇਟ ਵੀ ਰੱਖਦੀ ਹੈ। ਇਸੇ ਕਰਕੇ ਅਸੀਂ ਕਹਿੰਦੇ ਵੀ ਕੋਈ ਸਟਰੋਂਗ ਐਂਟੀ ਅਲਰਜਿਕ ਅੱਜ ਕੱਲ੍ਹ ਨਹੀਂ ਲੈਣਾ ਚਾਹੀਦਾ। ਤਾਂ ਅੱਜ ਕੱਲ੍ਹ ਦੇ ਸੀਜ਼ਨ ਦੇ ਵਿੱਚ ਸਾਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ, ਜਿਹੜੀ ਥੋੜ੍ਹੀ ਜਿਹੀ ਕਟੂ ਹੋਣ, ਕੌੜੀਆਂ ਜੀ, ਕਸੈਲੀਆਂ, ਠੀਕ ਹੈ ਨਾ, ਜਾਂ ਤਿਕਤ ਰਸ ਵਾਲੀ ਜਿਹਨੂੰ ਮੈਂ ਕਹਿਣਾ ਹੈ, ਕਿਉਂਕਿ ਤਿਕਤ ਰਸ ਦੇ ਵਿੱਚ ਵੀ ਅਗਨੀ ਮਹਾਭੂਤ ਹੁੰਦਾ ਹੈ। ਠੀਕ ਹੈ ਜੀ। ਕਸ਼ਾਏ ਉਹ ਬਿਲਕੁਲ ਹੀ ਸਾਨੂੰ ਸੁਕਾ ਦਿੰਦਾ ਹੈ, ਉਹ ਸਰੀਰ ਜਿਹੜੀ ਚੀਜ਼ ਨਾ ਬਲੋਟਿੰਗ ਪੇਪਰ ਟਾਈਪ ਜੀ। ਠੀਕ ਹੈ ਨਾ। ਤਾਂ ਉਹਦੇ 'ਚ ਵਾਯੂ ਮਹਾਭੂਤ ਔਰ ਪ੍ਰਿਥਵੀ ਮਹਾਭੂਤ ਹੁੰਦਾ ਕਸ਼ਾਏ ਦੇ ਵਿੱਚ। ਤਾਂ ਇਹ ਚੀਜ਼ਾਂ ਬਲੋਟਿੰਗ ਪੇਪਰ ਨੂੰ ਤਰ੍ਹਾਂ ਸੁਕਾ ਦਿੰਦੀਆਂ। ਅੱਜ ਕੱਲ੍ਹ ਉਹ ਅੱਛੀਆਂ ਨੇ। ਜਿਵੇਂ ਅੱਗੇ ਗਰਮੀ ਰਿਤੂ ਆਏਗੀ, ਹੁਣ ਮੈਂ ਪੁਆਇੰਟ ਤੁਹਾਨੂੰ ਲੈ ਕੇ ਆ ਰਿਹਾ ਕਿ ਤੁਸੀਂ ਐਗਜ਼ਾਮਪਲ ਆਪਾਂ ਨੇ ਅੰਬ ਦੀ ਲਈ ਸੀ, ਉਦੋਂ ਕੀ ਹੋਏਗਾ, ਸਰੀਰ ਬਿਲਕੁਲ ਡਰਾਈ ਹੋਏਗਾ। ਡਰਾਈ ਜਦੋਂ ਹੋਏਗਾ ਤਾਂ ਡੀਹਾਈਡਰੇਸ਼ਨ, ਮਤਲਬ ਸਰੀਰ 'ਚ ਪਾਣੀ ਦੀ ਕਮੀ ਹੋਣਾ, ਲੂਜ ਆਮ ਤੌਰ ਤੇ ਇਹ ਚੀਜ਼ ਦੇਖੀ ਜਾਂਦੀ ਹੈ ਜੀ। ਜਦੋਂ ਉਹ ਚੀਜ਼ ਆਂਦੀ ਹੈ ਕਿ ਅੰਦਰੋਂ ਸਭ ਕੁਝ ਸੁੱਕ ਗਿਆ, ਬਾਹਰੋਂ ਸਭ ਕੁਝ ਸੁੱਕ ਰਿਹਾ ਹੈ, ਤਾਂ ਇਕੱਲਾ ਪਾਣੀ ਨਹੀਂ ਕੰਮ ਕਰਦਾ। ਅੱਜ ਦੇ ਸੀਜ਼ਨ 'ਚ ਬਸੰਤ ਦੇ ਵਿੱਚ ਅੱਜ ਕੱਲ੍ਹ ਕੋਸਾ ਪਾਣੀ ਪੀਣਾ ਚਾਹੀਦਾ, ਕਿਉਂਕਿ ਤੁਹਾਡਾ ਕਫ ਕਿਊਮੂਲੇਟ ਜਿਹੜਾ ਹੋ ਰਿਹਾ, ਇਕੱਠਾ ਹੋ ਰਿਹਾ, ਉਹਨੂੰ ਆਪਾਂ ਨੇ ਬਾਹਰ ਕੱਢਣਾ। ਅੱਜ ਕੱਲ੍ਹ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। ਲੇਕਿਨ ਜਦੋਂ ਬਿਲਕੁਲ ਗਰਮੀ ਵਾਲੀ ਲੂ ਹੋ ਜਾਏਗੀ, ਉਦੋਂ ਤੁਸੀਂ ਠੰਡਾ ਪਾਣੀ ਪੀ ਸਕਦੇ ਹੋ, ਕਿਉਂਕਿ ਤੁਹਾਨੂੰ ਸ਼ਾਂਤੀ ਚਾਹੀਦੀ ਹੈ, ਅੰਦਰ ਸ਼ੀਤਲ ਚੀਜ਼ ਚਾਹੀਦੀ ਹੈ। ਨਾਲ ਕੀ ਚਾਹੀਦਾ ਹੈ, ਐਨਰਜੀ ਚਾਹੀਦੀ ਹੈ। ਉਹ ਕਿੱਥੋਂ ਮਿਲੇਗੀ, ਮਧੁਰਸ ਤੋਂ ਜੀ। ਉਦੋਂ ਅੰਬ, ਉਦੋਂ ਤੱਕ ਪੱਕ ਜਾਂਦੇ ਨਾ ਅੰਬ, ਫਿਰ ਉਦੋਂ ਅੰਬ ਚੱਲਣਗੇ ਜੀ। ਉਸ ਸੀਜ਼ਨ ਦੇ ਵਿੱਚ ਜਦੋਂ ਬਿਲਕੁਲ ਡਰਾਈ ਗਰਮੀ ਹੋਏਗੀ, ਉਦੋਂ ਹੀ ਖਰਬੂਜਾ, ਸਾਰੇ ਤੁਹਾਨੂੰ ਮਧੁਰ ਰਸ ਵਾਲੇ ਮਿਲਣਗੇ, ਜੂਸੀ ਮਿਲਣਗੇ। ਤਰਬੂਜ, ਲੀਚੀ, ਮਤਲਬ ਜਿਹੜੇ ਬਾਹਰੋਂ ਸ਼ੈਲ ਨੇ, ਅੰਦਰ ਉਹਨਾਂ ਦੇ ਜੂਸ ਭਰਿਆ ਹੋਇਆ ਔਰ ਮਿੱਠਾ ਹੈ ਜੀ। ਉਦੋਂ ਤੁਹਾਡੀ ਸਭ ਤੋਂ ਜ਼ਿਆਦਾ, ਜੇ ਤੁਹਾਨੂੰ ਕੋਈ ਟੇਸਟੀ ਜਾਂ ਤੁਹਾਡੇ ਅੱਛਾ ਹੈ ਖਾਣ ਪੀਣ ਦੇ ਵਿੱਚ, ਉਹ ਐਦਾਂ ਦੀ ਚੀਜ਼ਾਂ ਅੱਛੀਆਂ ਲੱਗਣਗੀਆਂ। ਹੁਣ ਦਿਸ ਇਜ਼ ਨੋਟ, ਜੋ ਮੈਂ ਤੁਹਾਨੂੰ ਦੱਸ ਰਿਹਾ, ਦਿਸ ਇਜ਼ ਰਿਟਨ ਇਨ ਅਵਰ ਆਯੁਰਵੇਦਾ ਟੈਕਸਟ ਬੁੱਕਸ, ਦੇ ਸ਼ਾਸਤਰਾਂ 'ਚ ਲਿਖਿਆ ਹੋਇਆ ਜੀ। ਤੇ ਸੀਜ਼ਨ ਦੇ ਅਕੋਰਡਿੰਗਲੀ ਲੈਣਾ। ਹੁਣ ਜੇ ਤੁਸੀਂ ਅੱਜ ਅੰਬ ਖਾਓਗੇ, ਚਾਹੀਦਾ ਤੁਹਾਨੂੰ ਕਟੂ ਤਿਕਤ ਕਸ਼ਾਏ ਹੈ, ਅੰਬ ਖਾਓਗੇ ਜਿਹੜਾ ਕਿ ਮਧੁਰ ਰਸ ਵਾਲਾ ਹੈ, ਉਹ ਤੁਹਾਡੇ ਕਫ ਨੂੰ ਵਧਾਏਗਾ। ਡਾਕਟਰ ਸਾਹਿਬ, ਆਮ ਇੱਕ ਧਾਰਨਾ ਬਣੀ ਹੋਈ ਹੈ ਕਿ ਜਿਹੜੀਆਂ ਖੱਟੀਆਂ ਤੇ ਠੰਡੀਆਂ ਚੀਜ਼ਾਂ ਨੇ, ਉਹ ਸਾਨੂੰ ਰਾਤ ਦੇ ਵੇਲੇ ਨਹੀਂ ਖਾਣੀਆਂ ਚਾਹੀਦੀਆਂ। ਮੈਡਮ, ਰਾਤ ਦਾ ਹਰ ਚੀਜ਼ ਦਾ ਨਾ ਇੱਕ ਸਾਡੇ ਸ਼ਲੋਕ ਹੈਗਾ ਜੀ, ਛੋਟਾ ਜਿਹਾ, ਤੇ ਅੰਤ ਮੱਧ ਆਦਿ ਕਰਮਾਤ। ਸਾਡੇ ਤਿੰਨ ਚੀਜ਼ਾਂ ਹੁੰਦੀਆਂ, ਵਾਤ, ਪਿੱਤ ਔਰ ਕਫ, ਜਿਸ ਆਯੁਰਵੇਦ ਦੇ ਵਿੱਚ ਨਾ, ਉਹਦੇ ਹਿਸਾਬ ਨਾਲ ਸਾਡਾ ਟ੍ਰੀਟਮੈਂਟ ਚੱਲਦਾ ਜੀ। ਕੋਈ ਵੀ ਚੀਜ਼ ਹੈ, ਜਦ ਤੁਸੀਂ ਉਹਨੂੰ ਮੂੰਹ 'ਚ ਪਾਉਂਦੇ ਹੋ ਤਾਂ ਸ਼ੁਰੂਆਤ 'ਚ ਕੀ ਹੁੰਦਾ, ਜੂਸ ਨਿਕਲਦਾ ਉਹਦਾ ਮੂੰਹ 'ਚ, ਉਹਨੂੰ ਅਸੀਂ ਕਫ ਕਹਿੰਦੇ ਹਾਂ। ਤਾਜ਼ੀ ਚੀਜ਼ ਉਹ ਮੂੰਹ 'ਚ ਪਾਉਂਦੇ ਹਾਂ। ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਉਹਦੇ 'ਚ ਪਿੱਤ ਆਉਂਦਾ, ਮੀਨਸ ਹੀਟ ਵਗੈਰਾ, ਹੈ ਨਾ। ਲਾਸਟ ਉਹ ਕਸੈਲੀ ਹੋ ਜਾਂਦੀ ਹੈ, ਚਾਹੇ ਪੱਤਾ ਵੀ ਮੂੰਹ 'ਚ ਪਾ ਲਓ। ਤਾਂ ਇੱਕ ਇਹ ਯੂਨੀਵਰਸਲ ਟਰੂਥ ਹੈ, ਕੋਈ ਵੀ ਚੀਜ਼ ਹੋਏਗਾ ਤਾਂ ਉਹਦੇ ਸ਼ੁਰੂ 'ਚ ਕਫ ਹੋਏਗਾ, ਮਿਡਲ 'ਚ ਪਿੱਤ ਹੋਏਗਾ, ਲਾਸਟ 'ਚ ਵਾਤ ਹੋਏਗਾ। ਜੇ ਆਪਾਂ ਆਪਣੀ ਪੂਰੀ ਲਾਈਫ ਨੂੰ, ਹਿਊਮਨ ਬੋਡੀ ਦੀ ਏਜ ਨੂੰ ਕਰੀਏ, ਬਚਪਨ, ਜਵਾਨੀ, ਬੁਢਾਪਾ। ਬਚਪਨ ਦੇ ਵਿੱਚ ਨੋਰਮਲ ਜਿਹੜੀ ਮੈਕਸਿਮਮ ਚੀਜ਼ਾਂ ਹੁੰਦੀਆਂ ਸਕ੍ਰੀਸ਼ਨਸ ਵਾਲੀ ਹੁੰਦੀਆਂ, ਕਫਜ, ਜ਼ੁਕਾਮ, ਖਾਂਸੀ, ਬੱਚੇ ਨੂੰ ਪੋਟੀਆਂ ਲੱਗ ਗਈਆਂ, ਹੁੰਦਾ ਕਿ ਨਹੀਂ ਹੁੰਦਾ ਜੀ, ਇਹ ਨੋਰਮਲ ਹੈ ਉਸ ਟਾਈਮ। ਮਿਡਲ ਏਜ ਦੇ ਵਿੱਚ ਪਿੱਤ, ਅਗਨੀ ਦੇ ਨਾਲ ਰਿਲੇਟਡ ਤੁਹਾਨੂੰ ਮੈਟਾਬੋਲਿਕ ਡਿਸਆਰਡਰ ਸਾਰੇ ਉਸ ਟਾਈਮ ਹੋਣਗੇ। ਤੁਹਾਨੂੰ ਕੋਈ ਐਲਰਜੀ ਦੀ ਪ੍ਰੋਬਲਮ ਹੈ, ਕੋਈ ਤੁਹਾਡੇ ਕੋਲੈਸਟਰੋਲ ਦੀ ਪ੍ਰੋਬਲਮ ਹੈ, ਕੁਝ ਵੀ ਹੈ, ਕੋਈ ਡਾਈਜੈਸ਼ਨ ਦੀ ਪ੍ਰੋਬਲਮ ਹੈ, ਉਹ ਪਿੱਤ ਜਿਹੜੇ ਤੁਹਾਨੂੰ ਮਿਡਲ ਏਜ ਹੋਣਗੀਆਂ ਜੀ। ਲਾਸਟ ਦੇ ਵਿੱਚ ਸਾਰੀ ਡੀਜਨਰੇਟਿਵ, ਗੋਡੇ ਖੜ ਗਏ ਜੀ, ਆਰਥਰਾਈਟਿਸ ਹੋ ਗਈ, ਬਾਲ ਸਫੇਦ ਹੋ ਗਏ, ਝੁਰੀਆਂ ਆ ਗਈਆਂ, ਇਹ ਵਾਤਸ ਡਿਜ਼ੀਜ਼ ਹੈ। ਨਰਵਾਈਨ ਡਿਸਆਰਡਰਸ, ਪਾਰਕਿੰਸਨਸ ਹੈ, ਮੈਮਰੀ ਲਾਸ। ਤਾਂ ਇਹ ਇੱਕ ਐਦਾਂ ਹੀ ਤੁਹਾਡਾ ਜਿਹੜਾ ਦਿਨ ਔਰ ਰਾਤ ਦਾ ਸੇਮ ਹੀ ਸਿਸਟਮ ਹੁੰਦਾ ਹਮੇਸ਼ਾ। ਦਿਨ ਦੇ ਵਿੱਚ ਜਦੋਂ ਸ਼ੁਰੂਆਤ ਹੋਏਗੀ ਤਾਂ ਸਵੇਰੇ ਕਫਜ ਕਾਲ ਹੁੰਦਾ, ਸਕ੍ਰੀਸ਼ਨ ਜ਼ਿਆਦਾ ਹੁੰਦੀਆਂ। ਸਵੇਰੇ ਜਦੋਂ ਆਪਾਂ ਉੱਠਦੇ ਹਾਂ, ਮੂੰਹ 'ਚ ਥੁੱਕ ਆ ਗਿਆ, ਅੱਖਾਂ 'ਚ ਇੱਦਾਂ ਦਾ ਭਾਰੀਪਨ ਹੈ ਨਾ, ਹਾਂ, ਉਸ ਟਾਈਮ ਸਾਡੇ ਉਹ ਲਿਖਿਆ ਹੋਇਆ ਵੀ ਉਸ ਟਾਈਮ ਤਾਂ ਉਹਨੂੰ ਠੀਕ ਕਰਨ ਵਾਸਤੇ ਕੀ ਚਾਹੀਦਾ, ਜਿਵੇਂ ਉਹਨੇ ਕਿਹਾ ਨਾ ਬਸੰਤ ਰਿਤੂ ਦੇ ਵਿੱਚ ਕਸੈਲੀਆਂ ਚੀਜ਼ਾਂ ਜ਼ਿਆਦਾ ਲੈਣੀਆਂ ਚਾਹੀਦੀਆਂ।
ਵੀ ਉਸ ਟਾਈਮ ਦਾਤਨ ਕਰੋ ਜੀ ਸਵੇਰੇ ਉੱਠ ਕੇ ਕਫਜ ਕਾਲ 'ਚ ਨਿੰਮ ਦੀ ਕਰੋ, ਜਿਹੜੀ ਕੌੜੀ ਚੀਜ਼ਾਂ ਐਦਾਂ ਹੁੰਦੀਆਂ, ਫਿਰ ਜਾ ਕੇ ਮੂੰਹ 'ਚੋਂ ਸਕ੍ਰੀਸ਼ਨ ਜਿਹੜਾ ਹੈ ਬਾਹਰ ਨੇ, ਉਹਦੇ ਨਾਲ ਤੁਹਾਡੇ ਦੰਦ ਵੀ ਠੀਕ ਰਹਿਣਗੇ। ਉਹ ਕਫਜ ਕਾਲ ਹੈ। ਇਹ ਨਹੀਂ ਕਿ ਦੁਪਹਿਰੇ ਮਿੱਠੀ ਕੋਲਗੇਟ ਚਾਹੀਦੀ ਹੁੰਦੀ ਹੈ ਉਸ ਵੇਲੇ। ਹਾਂ, ਆਪਾਂ ਦੁਪਹਿਰੇ ਵੀ ਦਾਤਨ ਕਰਨ, ਦੁਪਹਿਰੇ ਦਾਤਨ ਦਾ ਕੋਈ ਵਿਧਾਨ ਨਹੀਂ ਹੈ, ਸਵੇਰ ਦਾ ਹੀ ਇਹ ਕਫਜ ਕਾਲ ਹੈ। ਉਸ ਤੋਂ ਬਾਅਦ ਜਿਹੜੇ ਮਿਡਲ ਹੋ ਗਿਆ ਦਿਨ ਦਾ, ਉਹ ਪਿੱਤਜ ਕਾਲ ਹੈ। ਜਦੋਂ ਤੁਹਾਨੂੰ ਹਰ ਚੀਜ਼ ਦੇ ਵਿਚਕਾਰ ਪਿੱਤ ਆਉਂਦਾ, ਦੁਪਹਿਰੇ ਜੋ ਮਰਜ਼ੀ ਖਾ ਲਓ ਤੁਸੀਂ, ਭੁੱਖ ਵੀ ਪੂਰੀ ਐਨ ਲੱਗਦੀ ਹੈ। ਉਸ ਤੋਂ ਬਾਅਦ ਵਾਤਜ ਕਾਲ, ਈਵਨਿੰਗ ਦੇ ਵਿੱਚ ਵਾਯੂ ਬਣੇਗੀ ਜੀ ਹਮੇਸ਼ਾ। ਹੁਣ ਜੇ ਤੁਸੀਂ ਮੈਨੂੰ ਕੁਐਸਚਨ ਇਹ ਪੁੱਛਿਆ ਸੀ ਕਿ ਫਿਰ ਉਸ ਤੋਂ ਬਾਅਦ ਰਾਤ ਆਉਗੀ, ਰਾਤ ਦੇ ਸ਼ੁਰੂਆਤ ਅਗੇਨ ਕਫਜ ਆਏਗਾ ਜੀ। ਰਾਤ ਦੇ ਵਿੱਚ ਪਿੱਤ ਆਏਗਾ। ਜੋ ਮਿਡਨਾਈਟ ਬੜੀ ਲੋਕਾਂ ਨੂੰ ਹੁੰਦਾ ਕਿ ਇੱਕਦਮ ਖੱਟੀ ਢਕਾਰ ਆਉਣਗੀਆਂ। ਅਰਲੀ ਮਾਰਨਿੰਗ ਦੇ ਵਿੱਚ ਫਿਰ ਵਾਤਜ ਆ ਗਿਆ। ਉਦੋਂ ਕੀ ਹੁੰਦਾ ਹੈ, ਤੁਹਾਨੂੰ ਪੇਨਸ ਵਗੈਰਾ ਅਰਲੀ ਮਾਰਨਿੰਗ ਦੇ ਵਿੱਚ, ਮਤਲਬ 2-3 ਵਜੇ ਦੇ ਕਰੀਬ, 1-2 ਵਜੇ ਦੇ ਕਰੀਬ ਗੈਸ ਬਣਨੀ, ਇਹ ਕਈ ਐਦਾਂ ਹੁੰਦਾ ਜੀ। ਤਾਂ ਉਸ ਹਿਸਾਬ ਨਾਲ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਮਲ ਤੁਸੀਂ ਖੱਟੀ ਚੀਜ਼ਾਂ ਕਿਹਾ ਹੈ, ਤੇ ਜਦੋਂ ਰਾਤ ਦਿਨ ਦਾ ਤਾਂ ਐਂਡ ਹੈ ਜੀ, ਮੀਨਸ ਵਾਯੂ ਹੋ ਗਈ, ਤੇ ਰਾਤ ਦੀ ਸਟਾਰਟਿੰਗ ਹੋ ਗਈ ਜੀ, ਕਫ ਹੋ ਗਿਆ। ਤਾਂ ਉਹ ਵਾਤ ਕਫਜ ਦਾ ਇੱਕ ਕੰਬੀਨੇਸ਼ਨ ਵਾਲਾ ਟਾਈਮ ਹੁੰਦਾ ਉਹ ਜੀ। ਉਸ ਟਾਈਮ ਹਮੇਸ਼ਾ ਆਪਾਂ ਕੋਈ ਪਿੱਤ ਤੁਹਾਡੀ ਬਿਲਕੁਲ ਹੀ ਹੁਣ ਇਸ ਟਾਈਮ ਜਿਹਨੂੰ ਕਹਿੰਦੇ ਕਿ ਸੁਪਰੈਸਡ ਹੈ। ਉਸ ਟਾਈਮ ਥੋੜਾ ਕੋਈ ਵੀ ਚੀਜ਼ ਖਾਈ ਹੋਈ ਪ੍ਰੋਪਰ ਡਾਈਜੈਸਟ ਹੀ ਨਹੀਂ ਹੋਏਗੀ ਜੀ, ਕਿਉਂਕਿ ਤੁਹਾਡੀ ਅੰਦਰਲੀ ਅਗਨੀ ਹੀ ਬਿਲਕੁਲ ਹੀ ਸੁਪਰਸੀਡ ਕਿਹਨੇ ਕੀਤੀ ਹੋਈ ਹੈ, ਆਉਣ ਵਾਲੇ ਕਫ ਨੇ ਤੇ ਸ਼ਾਮ ਦੇ ਵਧੇ ਹੋਏ ਵਾਯੂ ਨੇ। ਤੇ ਉਸ ਟਾਈਮ ਹਮੇਸ਼ਾ ਉਹ ਖੱਟੀਆਂ ਚੀਜ਼ਾਂ ਜਾਂ ਭਾਰੀ ਚੀਜ਼ਾਂ ਜਾਂ ਜ਼ਿਆਦਾ ਮਿੱਠੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀ ਚਾਹੀਦੀਆਂ। ਈਵਨਿੰਗ ਦਾ ਕਾਲ ਹੁੰਦਾ ਹੈ, ਜਿਹਨੂੰ ਇਸ ਨੂੰ ਅਸੀਂ ਅਪਾਨ ਕਾਲ ਵੀ ਕਹਿੰਦੇ ਹਾਂ। 5-6 ਵਜੇ ਤੋਂ ਬਾਅਦ ਹਮੇਸ਼ਾ ਤੁਹਾਡਾ ਜਾਂ ਤਾਂ ਜਿਵੇਂ ਸਬਜ਼ੀ ਦਾ ਸੂਪ ਹੋ ਗਿਆ, ਮੂੰਗੀ ਦੀ ਦਾਲ ਹੋ ਗਈ, ਮਤਲਬ ਸੁਪਾਚੇ ਭੋਜਨ ਜਿਹੜਾ ਆਸਾਨੀ ਨਾਲ ਪਚ ਜਾਵੇ। ਜਦੋਂ, ਕਿਉਂਕਿ ਅਗਨੀ ਤੁਹਾਡੀ ਬਿਲਕੁਲ ਹੀ ਉਸ ਟਾਈਮ ਅਵੇਲੇਬਲ ਹੈ ਹੀ ਨਹੀਂ, ਨੈਚੁਰਲ ਹੈ ਇਹ, ਤੁਸੀਂ ਲਿਆ ਵੀ ਨਹੀਂ ਸਕਦੇ। ਕਿਹੜੀ ਦਵਾਈ ਨਾਲ ਤੁਸੀਂ ਅਗਨੀ ਪੈਦਾ ਕਰ ਦੋਗੇ ਅੰਦਰ? ਠੀਕ ਹੈ ਨਾ। ਹੁਣ ਜੇ ਤੁਸੀਂ ਉਸ ਟਾਈਮ ਇੱਦਾਂ ਦੀ ਚੀਜ਼ਾਂ ਖਾਓਗੇ ਤਾਂ ਨੈਚੁਰਲੀ ਤੁਹਾਨੂੰ ਤੁਹਾਡੇ ਸਰੀਰ ਉੱਤੇ ਉਹਦਾ ਬੁਰਾ ਅਸਰ ਪਏਗਾ। ਥੋੜਾ ਕੋਈ ਨਾ ਕੋਈ ਪੰਜ ਮਹਾਭੂਤ ਜਿਹੜੇ ਹੈਗੇ ਪ੍ਰਿਥਵੀ, ਜਲ, ਅਗਨੀ, ਵਾਯੂ, ਆਕਾਸ਼, ਉਹ ਥੋੜੇ ਇੰਬੈਲੈਂਸ ਹੋਣਗੇ। ਜਦੋਂ ਉਹ ਇੰਬੈਲੈਂਸ ਹੋਣਗੇ, ਉਹ ਤੁਹਾਡੀ ਬਿਮਾਰੀ, ਰੋਗ ਦਾ ਕਾਰਨ ਬਣਨਗੇ ਜੀ। ਯੂ ਗੋ ਫਰੋਮ ਦ ਅਵੇ ਫਰੋਮ ਦ ਨੇਚਰ, ਨੇਚਰ ਵਿਲ ਕਿਲ ਯੂ ਬੈਕ ਔਰ ਕਿਕ ਯੂ ਬੈਕ। ਉਹ ਵੀ ਆਯੁਰਵੇਦ ਦਾ ਸਿਧਾਂਤ ਹੈ। ਤੇ ਉਸ ਹਿਸਾਬ ਨਾਲ ਤੁਸੀਂ ਖਾਈ ਪੀ ਚੱਲੋ ਤਾਂ ਠੀਕ ਰਹੋਗੇ, ਨਹੀਂ ਹੋਵੇਗਾ ਤਾਂ ਤੁਹਾਨੂੰ ਉਸ ਹਿਸਾਬ ਨਾਲ ਉਹਦਾ ਰੋਗ ਹੋ ਜਾਏਗਾ। ਔਟਿਜ਼ਮ ਇੱਕ ਡਿਜ਼ੀਜ਼ ਦਾ ਨਾਮ ਨਹੀਂ ਹੈ, ਇਹਨੂੰ ASD ਕਹਿੰਦੇ ਆ, ਸਪੈਕਟਰਮ ਆਫ ਦ ਡਿਜ਼ੀਜ਼। ਸਪੈਕਟਰਮ ਮੀਨ ਵਾਈਡ ਵੈਰਾਈਟੀ। ਆਤਮਾ ਵਿੱਚ ਕਦੇ ਵੀ ਰੋਗ ਨਹੀਂ ਹੋ ਸਕਦਾ। ਇਟ ਇਜ਼ ਡਿਵਾਈਡ ਆਫ ਐਨੀ ਡਿਫੈਕਟ। ਔਟਿਜ਼ਮ ਤਾਂ ਮਾਨਸਿਕ ਦੋਸ਼ ਰੋਗ ਹੈ ਨਾ, ਕਿ ਇਹ ਸਰੀਰਿਕ ਤੋਂ ਮਾਨਸਿਕ ਬਣਿਆ ਜਾਂ ਮਾਨਸਿਕ ਤੋਂ ਸਰੀਰਿਕ ਬਣ ਗਿਆ, ਤਾਂ ਇਹਦੇ ਪਿੱਛੇ ਦੀ ਹਿਸਟਰੀ 'ਚ ਜਾਣਾ ਪਏਗਾ। ਕੀ ਔਟਿਜ਼ਮ ਦਾ ਜਿਹੜਾ ਬੱਚਾ ਹੈ ਉਹ ਕਦੇ ਸਧਾਰਨ ਜ਼ਿੰਦਗੀ ਜੀ ਸਕਦਾ ਹੈ ਜਾਂ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ? ਇਹ ਚੀਜ਼ਾਂ ਜੇ ਸੁਧਾਰ ਹੋਣਗੀਆਂ ਤਾਂ ਔਟਿਜ਼ਮ ਵਾਲਾ ਬੱਚਾ ਵੀ ਇੱਕ ਇੰਡੀਪੈਂਡੈਂਟ ਲਾਈਫ ਸਟਾਈਲ ਦੇ ਨਾਲ ਆਪਣਾ ਪ੍ਰੋਪਰ ਜੀ ਸਕਦਾ। ਕਾਫੀ ਸਾਰੇ ਡਾਕਟਰਸ ਜਿਹੜੇ ਨੇ ਉਹ ਇਹ ਦਾਅਵਾ ਕਰਦੇ ਆ ਕਿ ਇਹ ਬ੍ਰੇਨ ਟੌਨਿਕ ਲੈ ਲਓ ਆਯੁਰਵੈਦ ਦੇ ਵਿੱਚ ਜਾਂ ਹੋਮਿਓਪੈਥੀ ਦੇ ਵਿੱਚ, ਇਹਦੇ ਨਾਲ ਜਿਹੜਾ ਬੱਚੇ ਦਾ ਦਿਮਾਗ ਚੁਸਤ ਹੋ ਜਾਏਗਾ, ਤੇਜ਼ ਹੋ ਜਾਏਗਾ। ਸੱਚਮੁੱਚ ਅਜਿਹਾ ਕੁਝ ਹੁੰਦਾ ਹੈ? ਮੈਂ ਨਹੀਂ ਸਮਝਦਾ ਕਿ ਹਰ ਚੀਜ਼ ਦੇ ਵਿੱਚ ਦਾਅਵਾ ਕਰਨਾ ਇੱਕ ਬਹੁਤ ਅੱਛੀ ਗੱਲ ਹੈ। ਔਰ ਉਹ ਬੱਚੇ ਦਾ ਨਹੀਂ ਕਰ ਰਹੇ, ਤੁਸੀਂ ਪੂਰੇ ਪਰਿਵਾਰ ਦਾ ਕਰ ਰਹੇ ਹੋ। ਔਰ ਜੋ ਪਰਿਵਾਰ ਦਾ ਕਰ ਰਹੇ ਹੋ ਤਾਂ ਪੂਰਾ ਸਮਾਜ ਦਾ ਕਰ ਰਹੇ ਹੋ।